ਕੈਨੇਡਾ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਸਮੇਂ ਮਹਿੰਗਾਈ ਨੇ ਲੋਕਾਂ ਦੀ ਲੱਕ ਜਿਹੜਾ ਉਹ ਤੋੜ ਦਿੱਤਾ ਹੈਗਾ ਹੈ ਤੇ ਲੋਕ ਤਰ੍ਹਾਂ ਕਰ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਸਰਕਾਰ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਅਸੀਂ ਉਹਨਾਂ ਲੋਕਾਂ ਨੂੰ ਵੀ ਪੈਸੇ ਦੇ ਦਿੱਤੇ ਜਿਨ੍ਹਾਂ ਨੂੰ ਲੋੜ ਨਹੀਂ ਸੀ। ਸਰਕਾਰ ਨੇ ਉਹ ਪੈਸੇ ਵਸੂਲਣੇ ਸ਼ੁਰੂ ਕੀਤੇ, ਲੋਕਾਂ ਨੂੰ ਨੋਟਿਸਿਸ ਆਣੇ ਸ਼ੁਰੂ ਹੋਏ, ਉਸ ਨਾਲ ਮਾਰਕੀਟ ਵਿੱਚ ਇੱਕ ਤਰ੍ਹਾਂ ਦੀ ਤਰਥੱਲੀ ਮਚ ਗਈ। ਕੈਨੇਡਾ ਦੇ ਵਿੱਚ ਰਵਿੰਦਰ ਜੀ 1.5 ਮਿਲੀਅਨ ਲੋਕ ਜਿਹੜੇ ਨੇ ਫੂਡ ਬੈਂਕਸ ਦਾ ਇਸਤੇਮਾਲ ਕਰ ਰਹੇ ਹੈਗੇ ਨੇ। ਦੇਖੋ 38 ਮਿਲੀਅਨ ਦੀ ਪੋਪੂਲੇਸ਼ਨ ਹੋਈ ਤਾਂ ਉਹ 'ਚੋਂ 1.5 ਮਿਲੀਅਨ ਜਿਹੜਾ ਹੈਗਾ ਉਹ ਫੂਡ ਬੈਂਕਸ ਤੇ ਨਿਰਭਰ ਹੋਏ। ਇਹ ਸ਼ੋਅ ਕਰਦਾ ਹੈ ਸਰਕਾਰ ਦੀ ਨਾਕਾਮਯਾਬੀ ਕਿ ਕੀ ਉਹ ਕਾਮਯਾਬ ਨਹੀਂ ਹੋ ਰਹੇ ਤੇ ਉਹ ਫੇਲ ਹੋ ਰਹੇ ਨੇ ਬੜੇ ਵੱਡੇ ਪੱਧਰ ਤੇ। ਇੱਕ ਇਹ ਵੀ ਸਮਾਂ ਆ ਗਿਆ ਸੀ ਜੀ ਕਿ ਜਿਹੜੇ ਆਲੂ ਹੈਗੇ ਨੇ ਉਹ ਇੱਥੇ $10 ਦੇ ਵਿਕ ਰਹੇ ਹੈਗੇ ਸੀ, ਜਿਹੜੇ ਕਿ ਹਾਰਡਲੀ $2-2.5 ਦੇ ਵਿਕਦੇ ਹੈਗੇ ਨੇ। ਅਗੇਨ ਪਿਆਜ਼ ਨੂੰ ਲੈ ਲਓ ਤੁਸੀਂ ਜਾਂ ਤੁਸੀਂ ਆਟੇ ਨੂੰ ਲੈ ਲਓ, ਆਟੇ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹੈਗੀਆਂ ਜਿਹੜੇ ਕਿ ਆਮ ਬੰਦੇ ਦੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਰਹੀਆਂ ਨੇ। ਕੀ ਇਹ ਵਿਕਸਿਤ ਮੁਲਕ ਹੈ ਜਿੱਥੇ ਬੱਚਿਆਂ ਦੀ ਦਵਾਈਆਂ ਵਾਸਤੇ ਤੁਹਾਨੂੰ ਦਵਾਈਆਂ ਨਾ ਮਿਲਣ ਤੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਸੀਂ ਕਿਸੇ ਦੋਸਤ ਮਿੱਤਰ ਨੂੰ ਬੇਨਤੀ ਕਰੋ ਕਿ ਜੀ ਸਾਨੂੰ ਅਮਰੀਕਾ ਤੋਂ ਦਵਾਈਆਂ ਇੱਥੇ ਭੇਜ ਦਿਓ। ਇਹ ਵਿਕਸਿਤ ਮੁਲਕਾਂ ਦੀ ਨਿਸ਼ਾਨੀਆਂ ਨਹੀਂ ਹੈਗੀਆਂ। ਇੱਕ ਆਮ ਵਿਅਕਤੀ ਜਿਹੜਾ ਹੈਗਾ ਜਿਹੜਾ ਇੱਥੇ ਆਉਂਦਾ ਹੈ ਉਹ ਇੱਕ ਬੇਸਮੈਂਟ ਨਹੀਂ ਇਕੱਲਾ ਅਫੋਰਡ ਕਰ ਸਕਦਾ। ਸਿੰਗਲ ਬੈਡਰੂਮ ਦੀ ਬੇਸਮੈਂਟ ਜਿਹੜੀ ਹੈ $1,400-1,500 ਤੇ ਪਹੁੰਚ ਗਈ ਹੈ ਤੇ ਡਬਲ ਬੈਡਰੂਮ ਦੀ ਬੇਸਮੈਂਟ ਜਿਹੜੀਆਂ ਨੇ ਉਹ $2,000 $2,200 ਦੇ ਉੱਤੇ ਚੜ ਰਹੀਆਂ ਹੈਗੀਆਂ ਨੇ। ਤੇ ਈਵਨ ਜਿਹੜੇ ਬੈਡਸ ਹੈਗੇ ਨੇ ਉਹ ਵੇਚੇ ਜਾ ਰਹੇ ਨੇ ਕਿ ਯਾਨੀ ਕਿ ਇੱਕ ਕਮਰੇ ਦੇ ਅੰਦਰ ਇੱਕ ਰੂਮ ਹੈ ਉੱਤੇ 2 ਬੈੱਡ ਪਾ ਦਿੱਤੇ ਜਾਂਦੇ ਨੇ, $600 ਦਾ ਇੱਕ ਬੈੱਡ ਦਿੱਤਾ ਜਾਂਦਾ ਹੈ। ਹੋਰ ਛੱਡੋ ਅੱਗੇ ਇਹ ਗੱਲ ਆ ਗਈ ਕਿ ਉਹ ਸਾਰੇ ਦਿਨ ਵਾਸਤੇ ਯਾਨੀ ਕਿ 24 ਘੰਟੇ ਵਾਸਤੇ ਤੁਸੀਂ ਉਹ $600 ਇੱਕ ਬੈੱਡ ਦਾ ਨਹੀਂ ਦੇ ਰਹੇ। ਰਾਤ ਦੀ ਸ਼ਿਫਟ ਵਾਸਤੇ ਉਸੇ ਬੈੱਡ ਦੇ ਉੱਤੇ ਕੋਈ ਹੋਰ ਸੌਂ ਰਿਹਾ, ਸਵੇਰ ਦੀ ਸ਼ਿਫਟ ਵਾਸਤੇ ਕੋਈ ਹੋਰ ਉੱਥੇ ਸੌਂ ਰਿਹਾ। ਤੁਸੀਂ ਪਿਛਲੇ ਸਮੇਂ ਦੇ ਦੌਰਾਨ ਕਿੰਨੀਆਂ ਹੀ ਖਬਰਾਂ ਸੁਣੀਆਂ ਨੇ ਜਿੱਥੇ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਹੈ ਕਿਉਂਕਿ ਮੈਂਟਲ ਸਟ੍ਰੈਸ ਇੰਨਾ ਵੱਧਦਾ ਜਾ ਰਿਹਾ ਹੈ। ਬੱਚਾ ਤਾਂ ਆਇਆ ਇੱਥੇ ਪੜ੍ਹਨ ਵਾਸਤੇ ਤੇ ਨਾਲ ਉਸ ਨੂੰ ਜਿਹੜੇ 40 ਘੰਟੇ ਦਿੱਤੇ ਜਾਂਦੇ ਨੇ ਕਿ ਚਲੋ ਕੰਮ ਕਰਕੇ ਤੁਸੀਂ ਆਪਣਾ ਗੁਜ਼ਾਰਾ ਕਰ ਲਓ, ਪਰ ਅੱਜ 40 ਘੰਟੇ ਕਰਨ ਤੋਂ ਬਾਅਦ ਵੀ ਕਿਸੇ ਦਾ ਗੁਜ਼ਾਰਾ ਨਹੀਂ ਹੋ ਰਿਹਾ। ਤੁਸੀਂ 2 ਹਸਬੈਂਡ ਵਾਈਫ ਹੀ ਕਮਾਈ ਕਰ ਰਹੇ ਨੇ ਤੇ ਤੁਸੀਂ ਇੱਕ ਘਰ ਨਹੀਂ ਖਰੀਦ ਸਕਦੇ ਕਿਉਂਕਿ ਮਿਲੀਅਨ ਤੇ ਗੱਲ ਹੀ ਹੁਣ ਮੁੱਕ ਗਈ। ਹੁਣ ਤਾਂ $1.5-2 ਮਿਲੀਅਨ ਤੱਕ ਘਰ ਪਹੁੰਚ ਗਏ ਨੇ। ਤੇ ਜੇਕਰ ਇੱਕ ਆંકੜੇ ਜਿਹੜੇ ਦੱਸਦੇ ਨੇ ਕਿ ਜੀ ਜੇਕਰ ਇੱਕ ਹਸਬੈਂਡ ਵਾਈਫ $2 ਲੱਖ ਨਹੀਂ ਕਮਾ ਰਹੇ ਤਾਂ ਉਹ ਹਾਊਸ ਅਫੋਰਡ ਨਹੀਂ ਕਰ ਸਕਣਗੇ। ਬੰਦਾ ਜਦੋਂ ਘਰ ਲੈ ਰਿਹਾ ਹੈ, ਅੱਜ ਕੋਈ ਘਰ ਵੀ ਜਿਹੜਾ ਤੁਸੀਂ ਲੈਣਾ ਹੈ ਉਹ $1.5-2 ਮਿਲੀਅਨ ਤੋਂ ਘੱਟ ਨਹੀਂ ਹੈਗਾ। ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਨੂੰ ਰੱਖ ਰਹੇ ਹੋ ਤੇ ਜੇ ਉਹ $2,000 ਵੀ ਇੱਕ ਮਹੀਨੇ ਦਾ ਦੇ ਰਿਹਾ ਹੈ ਤੇ ਤੁਸੀਂ ਵੈਲ ਇਮੇਜਿਨ ਕਰੋ ਜਿਹੜੇ ਅਕਾਊਂਟੈਂਟਸ ਨੇ ਤੁਹਾਨੂੰ ਦੱਸ ਸਕਦੇ ਨੇ ਕਿੰਨੇ ਸਾਲਾਂ ਵਿੱਚ ਜਾ ਕੇ ਉਹਦੀ ਪੂਰਤੀ ਹੁੰਦੀ ਹੈ। ਉਸ ਦੇ ਵਿੱਚ ਪਾਣੀ ਦਾ ਬਿੱਲ ਵੀ ਜਾਣਾ ਹੈ, ਬਿਜਲੀ ਦਾ ਵੀ ਜਾਣਾ ਹੈ, ਬਾਕੀ ਸਭ ਕੁਝ ਖਰਚੇ ਵੀ ਹੋਣੇ ਨੇ, ਪ੍ਰੋਪਰਟੀ ਟੈਕਸਿਸ ਵੀ ਹੋਣੇ ਨੇ। ਸਰਕਾਰ ਬੰਦੇ ਕਹਿੰਦੀ ਮੈਂ ਲਿਆਣੇ ਪਰ ਲਿਆ ਕੇ ਉਹਨਾਂ ਨੂੰ ਸੈਟਲ ਕਿਵੇਂ ਕਰਨਾ ਹੈ ਇਸ ਬਾਰੇ ਕੋਈ ਨਾ ਪਲਾਨਸ ਅੱਗੇ ਆ ਰਹੇ ਨੇ ਨਾ ਕੋਈ ਹੋਰ ਗੱਲ ਆ ਰਹੀ ਹੈ। 1 ਜੁਲਾਈ ਤੋਂ ਇਸ ਸਾਲ ਤੋਂ ਭਾਰਤ ਤੋਂ ਜੇਕਰ ਤੁਸੀਂ ਪੈਸਾ ਇੱਥੇ ਲਿਆਉਣਾ ਹੈ ਤਾਂ 20% ਟੈਕਸ ਵੀ ਜਿਹੜਾ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿ ਪਹਿਲਾਂ ਇਹ ਨਹੀਂ ਸੀ, ਪਹਿਲਾਂ ਕੁਝ ਪਰਸੈਂਟੇਜ ਲੱਗਿਆ ਕਰਦਾ ਸੀ, ਤਕਰੀਬਨ 5 ਤੋਂ 7% ਸੀ, ਪਰ ਹੁਣ ਭਾਵੇਂ ਤੁਸੀਂ $1 ਵੀ ਜੇ ਲਿਆਉਣਾ ਹੈ ਉੱਥੋਂ $1 ਵੀ ਲਿਆਉਣਾ ਮਾਫ ਜਾਣਾ ਤਾਂ 20 ਪੈਸੇ ਤੁਹਾਨੂੰ ਟੈਕਸ ਵਿੱਚ ਘਟਾਉਣੇ ਪੈਣਗੇ। दर्शकों अज असी ब्रैंपटन यानी कि ईस्ट कोस्ट तो और वैस्ट कोस्ट तो खबरां तुहाडे तक लैके आ रहे हैं, उन्हां दे उत्ते विचार करांगे, लोकां दे मुद्दे तुहाडे तक लैके आवांगे। ब्रैंपटन स्टूडियो दे विचों रविंदर आलूवालिया वल्लों दर्शकां दा स्वागत है ते सरी दे विच सरदार हरप्रीत सिंह उगे जर्नलिस्ट एज एक्सपर्ट साडे नाल स्टूडियो दे विच मौजूद ने। आ उन्हां दा स्वागत भी कर लैने आ ते सिद्धे सवालों की झड़ी ते आ जाएंगे। तो बाद हरप्रीत जी बहुत स्वागत है जी तुहाडा। जी रविंदर जी बहुत बहुत मेहरबानी ते सारे ही दर्शकों को सत श्री अकाल, नमस्कार एंड वेलकम टू द प्रोग्राम जी। ये फॉर्मल साडे जिहड़ा असीं करदे हां जी एक उपचारिक तौर पर जान पहचान करवाने तो बाद क्योंकि लोगों को इंतजार हुंदा सवाल की नहीं, असीं अज गल करांगे जी इन्फ्लेशन दे उत्ते यानी कि महंगाई दे उत्ते जिहदे मार हेठ सारा कुछ आ चुकिया है, सारी कैनेडा की कायनात आ चुकी है इस मार हेठा ते ओहदे ते गल करनी इसलिए जरूरी बन जाती है क्योंकि हर पासे यही चर्चा हो रही है और अगले साल इलैक्शनस आ रहे हैं। ये कारण की ने ते ये कित्थों शुरू हुई कित्थे खत्म हुई, पिछले 20 सालों दे विच कैनेडा कित्थों कित्थे आ चुकिया है, ਉਹਦੇ ਬਾਰੇ ਹਰਪ੍ਰੀਤ ਜੀ ਤੋਂ ਜਾਣਾਂਗੇ। ਉਸ ਤੋਂ ਬਾਅਦ ਅਸੀਂ
ਗੱਲ ਕਰਾਂਗੇ ਕਈ ਵੱਡੀਆਂ ਕੰਪਨੀਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ, ਉਹਨਾਂ ਨੂੰ ਕਿੱਦਾਂ ਫਾਇਦਾ ਹੋ ਗਿਆ ਤੇ ਲੋਕਾਂ ਨੂੰ ਨੁਕਸਾਨ ਕਿਉਂ ਹੋ ਰਿਹਾ ਹੈ। ਇਹ ਵੱਡੇ ਸਵਾਲ ਨੇ। ਇਮੀਗ੍ਰੇਸ਼ਨ ਦੇ ਉੱਤੇ ਗੱਲ ਕਰਾਂਗੇ, ਮੈਂਟਲ ਸਟ੍ਰੈਸ ਦੇ ਉੱਤੇ ਗੱਲ ਕਰਾਂਗੇ ਤੇ ਹੋਰ ਕਈ ਮੁੱਦੇ ਲਵਾਂਗੇ। ਹਰਪ੍ਰੀਤ ਜੀ, ਪਹਿਲਾਂ ਅਸੀਂ ਸਭ ਤੋਂ ਵੱਧ ਚਰਚਿਤ ਮੁੱਦਾ ਇਸ ਵੇਲੇ ਮਹਿੰਗਾਈ ਦਾ ਆ, ਉਹਦੇ ਤੇ ਗੱਲ ਕਰਾਂਗੇ। ਮਹਿੰਗਾਈ ਪਿਛਲੇ 20 ਸਾਲਾਂ 'ਚ ਯਾਨੀ ਕਿ 2 ਦਹਾਕਿਆਂ ਦੇ ਵਿੱਚ ਕਿੱਥੋਂ ਕਿੱਥੇ ਪਹੁੰਚ ਗਈ ਹੈ, ਔਰ ਕੀ ਇਹ ਉਹੀ ਕੈਨੇਡਾ ਹੈ ਜਿੱਥੇ ਦੇ ਲੋਕ ਸੁਪਨੇ ਲੈਂਦੇ ਸੀਗੇ ਇਹ ਤਾਂ ਬਹੁਤ ਅੱਛਾ ਕੰਟਰੀ ਹੈ, ਅਸੀਂ ਇੱਥੇ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਹਾਂ? ਜੀ ਵੈਲ ਦੈਟਸ ਅ ਵੈਰੀ ਗੁੱਡ ਕੁਐਸਚਨ ਰਵਿੰਦਰ ਜੀ ਦੈਟ ਯੂ ਹੈਵ ਟੇਕਨ ਅਪ। ਬਹੁਤ ਜ਼ਰੂਰੀ ਕੁਐਸਚਨ ਤੁਸੀਂ ਟੱਚ ਕੀਤਾ ਹੈ, ਸੋ ਧੰਨਵਾਦ ਇਹੋ ਜਿਹੇ ਮੁੱਦਿਆਂ ਨੂੰ ਅੱਗੇ ਲਿਆਉਣ ਲਈ। ਸੋ ਜਦੋਂ ਅਸੀਂ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਸਮੇਂ ਮਹਿੰਗਾਈ ਨੇ ਲੋਕਾਂ ਦੀ ਲੱਕ ਜਿਹੜਾ ਉਹ ਤੋੜ ਦਿੱਤਾ ਹੈਗਾ ਹੈ ਤੇ ਲੋਕ ਤਰ੍ਹਾਂ ਕਰ ਰਹੇ ਨੇ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਅਸਲ ਵਿੱਚ ਹੁੰਦਾ ਕੀ ਹੈ, ਗਵਰਨਮੈਂਟਸ ਦਾ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਹੀ ਗਵਰਨੈਂਸ ਕਰਨ ਤੇ ਲੋਕ ਸਰਕਾਰਾਂ ਤੇ ਵਿਸ਼ਵਾਸ ਕਰਦੇ ਨੇ। ਜਦੋਂ ਪੈਂਡੇਮਿਕ ਸ਼ੁਰੂ ਹੋਇਆ 2019 ਤੋਂ ਬਾਅਦ ਅਸਥਿਰਤਾ ਦੁਨੀਆ ਭਰ 'ਚ ਦੇਖੀ ਗਈ, ਦੁਨੀਆ ਬੰਦ ਹੋ ਗਈ ਪੈਂਡੇਮਿਕ ਦੇ ਕਾਰਨ। ਕੈਨੇਡਾ ਦੇ ਵੀ ਇਸ ਦਾ ਬਹੁਤ ਅਸਰ ਪਿਆ, ਪਰ ਲੋਕਾਂ ਨੂੰ ਇੱਥੇ $2,000 ਦੇਣੇ ਸ਼ੁਰੂ ਕੀਤੇ ਸਰਕਾਰ ਨੇ ਤੇ ਉਸ ਦੇ ਨਾਲ ਜਿਹੜੀਆਂ ਵੱਡੀਆਂ ਕੰਪਨੀ ਸੀ ਜਾਂ ਛੋਟੀਆਂ ਕੰਪਨੀ ਸੀ ਉਹਨਾਂ ਨੂੰ ਵੀ ਰਾਹਤ ਦਿੱਤੀ ਗਈ। ਸੋ ਜਦੋਂ ਪੈਸਾ ਆਉਂਦਾ ਜੀ ਬਹੁਤ ਵਧੀਆ ਲੱਗਦਾ, ਲੇਕਿਨ ਉਸ ਸਮੇਂ ਵੀ ਆਰਥਿਕ ਮਾਹਰ ਜਿਹੜੇ ਹੈਗੇ ਨੇ ਕਹਿ ਰਹੇ ਸੀ ਕਿ ਸਰਕਾਰ ਕਦੀ ਵੀ ਪੈਸਾ ਇਸ ਤਰ੍ਹਾਂ ਨਹੀਂ ਦਿੰਦੀ, ਉਹਨਾਂ ਨੇ ਇਹ ਵਸੂਲਣਾ ਵੀ ਹੈਗਾ। ਲੇਕਿਨ ਆਫ ਕੋਰਸ ਉਹ ਇੱਕ ਮਾੜਾ ਸਮਾਂ ਸੀ ਤੇ ਪੈਸੇ ਬਹੁਤ ਸਾਰੇ ਲੋਕ ਘਰਾਂ 'ਚ ਬੈਠ ਚੁੱਕੇ ਸੀ। ਸੋ ਇੱਕ ਬੜਾ ਵਧੀਆ ਸਟੈਪ ਸੀ ਕਿ ਇਹਨਾਂ ਵਿਕਾਸ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ ਹੈ। ਲੇਕਿਨ ਹੋਇਆ ਕੀ ਕਿ ਉਸ ਸਮੇਂ ਜਦੋਂ ਘਰ 'ਚ ਸਪੋਜ਼ 5 ਜੀ ਹੈਗੇ ਸੀ ਤੇ $2,000 ਆਉਣੇ ਸ਼ੁਰੂ ਹੋ ਗਏ, $10,000 ਜੇ ਆ ਰਿਹਾ ਸੀ ਤੇ ਇਹਨਾਂ ਤਾਂ ਆਫ ਕੋਰਸ ਖਰਚਾ ਨਹੀਂ ਹੁੰਦਾ, ਤਾਂ ਪੈਸੇ ਬਚਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਲੋਕਾਂ ਕੋਲ ਕੰਪਨੀਆਂ ਹੈਗੀਆਂ ਸੀ, ਉਹਦੇ ਵੀ ਪੈਸੇ ਆਏ। ਤਾਂ ਉਹਦੇ ਨਾਲ ਜਦੋਂ ਪੈਸਾ ਸਰਪਲਸ ਹੋ ਗਿਆ ਲੋਕਾਂ ਕੋਲ ਤੇ ਉਹਨਾਂ ਨੇ ਉਸ ਨੂੰ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿੱਤੀ ਘਰਾਂ ਦੇ ਵਿੱਚ। ਬੈਂਕ ਆਫ ਕੈਨੇਡਾ ਜੋ ਕਿ ਓਵਰਨਾਈਟ ਲੈਂਡਿੰਗ ਰੇਟ ਜੋ ਹੈ ਜੋ ਸਥਾਪਿਤ ਕਰਦਾ ਹੈਗਾ, ਉਹਨਾਂ ਨੇ ਵਿਸ਼ਵਾਸ ਦਿੱਤਾ ਸਰਕਾਰ ਵੱਲੋਂ ਕਿ 2023 ਦੇ ਅਖੀਰ ਤੱਕ, ਇਹ ਮੈਂ 2021 ਤੋਂ ਗੱਲਬਾਤ ਸ਼ੁਰੂ ਕਰ ਰਿਹਾ ਹੈਗਾ, 2020 ਦੇ ਵਿੱਚ ਪੈਸੇ ਮਿਲਣੇ ਸ਼ੁਰੂ ਹੋਏ ਲੋਕਾਂ ਨੂੰ, 2021 ਦੇ ਵਿੱਚ ਪੈਸੇ ਕਾਫੀ ਮਿਲ ਰਹੇ ਸੀ ਲੋਕਾਂ ਨੂੰ ਤੇ ਬੈਂਕ ਆਫ ਕੈਨੇਡਾ ਇਹ ਕਹਿ ਰਿਹਾ ਸੀ ਕਿ ਜੀ 2023 ਦੇ ਅਖੀਰ ਤੱਕ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਏਗਾ। ਸੋ ਹੁੰਦਾ ਕੀ ਹੈ, ਜਦੋਂ ਲੋ ਇੰਟਰਸਟ ਮਿਲਦਾ ਹੈਗਾ ਜੀ, ਲੋ ਇੰਟਰਸਟ ਤੇ ਤੁਹਾਨੂੰ ਪੈਸੇ ਮਿਲ ਰਹੇ ਹੈਗੇ ਨੇ ਤੇ ਤੁਸੀਂ ਆਫ ਕੋਰਸ ਉਹ ਪੈਸਾ ਬੈਂਕਸ ਦਾ ਰੱਖਣਾ ਨਹੀਂ ਸੀ, ਕਿਉਂਕਿ ਬੈਂਕਾਂ 'ਚ ਤਾਂ ਕੋਈ ਪੈਸੇ ਤੁਹਾਨੂੰ ਮਿਲਦੇ ਹੀ ਨਹੀਂ ਹੈਗੇ, ਕੁਝ ਇੰਟਰਸਟ ਨਹੀਂ ਮਿਲਦਾ। ਸੋ ਲੋਕਾਂ ਨੇ ਉਸ ਦੀ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿੱਤੀ ਘਰਾਂ ਦੇ ਵਿੱਚ। ਐਂਡ ਯੂ ਨੋ ਕਿਸ ਤਰੀਕੇ ਨਾਲ ਮਾਰਕੀਟ ਸਿਰਫ 2 ਚੀਜ਼ਾਂ ਹੀ ਚੱਲੀਆਂ ਪੈਂਡੇਮਿਕ ਦੇ ਵਿੱਚ, ਇੱਕ ਤੇ ਫੂਡ ਦੀਆਂ ਕੀਮਤਾਂ ਜਿਹੜੀਆਂ ਸੀ ਉਹ 'ਤੇ ਨੂੰ ਜਾਣੀਆਂ ਸ਼ੁਰੂ ਹੋਈਆਂ ਤੇ ਦੂਸਰੇ ਪਾਸੇ ਰੀਅਲ ਏਸਟੇਟ ਮਾਰਕੀਟ ਜਿਹੜੀ ਸੀ ਪੂਰੇ ਕੈਨੇਡਾ ਭਰ ਵਿੱਚ, ਖਾਸ ਤੌਰ 'ਤੇ ਈਸਟ ਕੋਸਟ ਵਿੱਚ, ਜਦੋਂ ਅਸੀਂ ਟੋਰਾਂਟੋ ਦੇ ਸਬਰਬਸ, ਬਰੈਂਪਟਨ ਜਾਂ ਉਸ ਦੇ ਆਸ-ਪਾਸ ਦੀ ਗੱਲ ਕਰਨੇ ਆ, ਜਾਂ ਸਰੀ, ਵੈਂਕੂਵਰ, ਐਬਟਸਫੋਰਡ, ਇਹਨਾਂ ਇਲਾਕਿਆਂ ਦੀ ਗੱਲ ਕਰਨੇ ਆ। ਸੋ ਬੋਥ ਈਸਟ ਐਂਡ ਵੈਸਟ ਕੋਸਟ ਐਂਡ ਓਵਰਆਲ ਇਨ ਕੈਨੇਡਾ ਪ੍ਰਾਈਸਿਸ ਆਫ ਹਾਊਸਿਸ ਸਟਾਰਟਡ ਗੋਇੰਗ ਅਪ। ਉਹਦੇ 'ਚ ਬਹੁਤ ਵੱਡਾ ਜਿਹੜੀ ਇੱਕ ਰਿਸਰਚ ਹੋਈ ਉਹ ਦੱਸਦੀ ਹੈ ਕਿ ਜਿਹੜਾ ਪੈਸਾ ਲੋਕਾਂ ਨੂੰ ਮਿਲ ਰਿਹਾ ਸੀ ਉਹਨਾਂ ਨੇ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਘਰਾਂ ਦੀ ਮਾਰਕੀਟ ਦੇ ਵਿੱਚ, ਕਿਉਂਕਿ ਬੈਂਕ ਆਫ ਕੈਨੇਡਾ ਕਹਿ ਰਿਹਾ ਕਿ ਸੀ ਵਿਆਜ ਦਰ ਤਾਂ ਵਧਣੇ ਨਹੀਂ ਹੈਗੇ। ਸੋ ਲੋਕਾਂ ਨੇ ਕਿਹਾ ਕਿ ਯਾਰ ਇਸ ਸਮੇਂ ਜਦੋਂ ਸਾਨੂੰ ਕਰਜ਼ਾ ਬਹੁਤ ਘੱਟ ਕੀਮਤ 'ਤੇ ਮਿਲ ਰਿਹਾ ਹੈ, ਕਿਉਂ ਨਾ ਚੁੱਕੀਏ ਤੇ ਉਸ ਨੂੰ ਅਸੀਂ ਇਨਵੈਸਟ ਕਰੀਏ। ਐਂਡ ਬਹੁਤ ਸਾਰੇ ਲੋਕਾਂ ਨੇ ਕਾਫੀ ਪੈਸਾ ਵੀ ਇਸ ਵਿੱਚ ਕਮਾਇਆ। ਬਟ ਉਸ ਸਮੇਂ ਵੀ ਇਕੋਨੋਮਿਸਟ ਇਹ ਵਾਰਨ ਕਰ ਰਹੇ ਸੀ ਕਿ ਸਰਕਾਰ ਪੈਸੇ ਅਜਾਈਂ ਨਹੀਂ ਦਿੰਦੀ ਤੇ ਇਹ ਜਿਹੜਾ ਸਫ਼ਰ ਹੈਗਾ ਇਹ ਬਹੁਤ ਹੀ ਲੰਬੇ ਸਮੇਂ ਨਹੀਂ ਚੱਲੇਗਾ। ਬਟ ਦੈਨ ਅਗੇਨ ਰਵਿੰਦਰ ਜੀ, ਹੁੰਦਾ ਕੀ ਹੈ ਕਿ ਜਦੋਂ ਪੈਸੇ ਕਿਸੇ ਨੂੰ ਆ ਰਹੇ ਹੋਣ ਤਾਂ ਮਾੜੇ ਨਹੀਂ ਲੱਗਦੇ, ਉਹ ਕੋਈ ਵੀ ਹੋਵੇ। ਬਹਰਹਾਲ ਹੋਇਆ ਕੀ ਕਿ ਇਹ ਮਾਰਕੀਟ ਦੇ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਡਿਵੈਲਪਮੈਂਟ ਹੋਈ ਜਦੋਂ ਰਸ਼ੀਆ ਤੇ ਯੂਕਰੇਨ, ਐਕਚੁਅਲੀ 1 ਸਾਲ ਪੂਰਾ ਹੋ ਗਿਆ ਜਦੋਂ ਰਸ਼ੀਆ ਨੇ ਇਨਵੇਡ ਕੀਤਾ ਸੀ ਯੂਕਰੇਨ ਨੂੰ, ਪਰ ਉਸ ਤੋਂ ਪਹਿਲਾਂ ਹੀ ਨਵੰਬਰ ਦਸੰਬਰ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ 2022 ਦੇ ਵਿੱਚ ਕਿ ਰਸ਼ੀਆ ਦੀ ਜਿਹੜੀ ਟਰੂਪਸ ਹੈਗੀਆਂ ਨੇ ਉਹ ਯੂਕਰੇਨ ਦੇ ਬਾਰਡਰ ਦੇ ਉੱਤੇ ਤਾਇਨਾਤ ਹੋ ਰਹੀਆਂ ਨੇ ਤੇ ਇਹ ਡਰ ਪ੍ਰਗਟਾਇਆ ਜਾ ਰਿਹਾ ਸੀ ਕਿ ਵਾਰ ਹੋ ਸਕਦੀ ਹੈ। ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਪੁਟਿਨ ਵਾਰ ਨਹੀਂ ਕਰਨਗੇ, ਪਰ ਨਾਲ ਜਦੋਂ ਉਹਨਾਂ ਨੇ ਤਾਇਨਾਤ ਕੀਤੀਆਂ ਆਪਣੀਆਂ ਫੋਰਸਿਸ, ਉਹ ਵਾਰਨਿੰਗਸ ਵੀ ਦੇ ਰਹੇ ਸੀ ਨੇਟੋ ਨੂੰ ਕਿ ਤੁਸੀਂ ਨਾ ਪੰਗੇ ਲਓ ਯੂਕਰੇਨ ਦੇ ਵਿੱਚ, ਤੁਸੀਂ ਇਸ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਾ ਕਰੋ। ਬਹਰਹਾਲ ਸਿਚੁਏਸ਼ਨ ਖਰਾਬ ਹੋਈ ਤੇ ਇਹ ਜੰਗ ਸ਼ੁਰੂ ਹੋ ਗਈ। ਜਦੋਂ ਇਸ ਜੰਗ ਸ਼ੁਰੂ ਹੋਈ ਡਾਇਰੈਕਟਲੀ ਜੇ ਅਸੀਂ ਦੇਖੀਏ ਤਾਂ ਕੋਈ ਬਹੁਤਾ ਵੱਡਾ ਇੰਪੈਕਟ ਯੂਰਪ 'ਤੇ ਤਾਂ ਪਿਆ ਇਸ ਜੰਗ ਦਾ, ਲੇਕਿਨ ਕੈਨੇਡਾ 'ਤੇ ਨਹੀਂ ਪੈਣਾ ਚਾਹੀਦਾ ਸੀ, ਪਰ ਇਹ ਇਸ ਤਰ੍ਹਾਂ ਹੋਇਆ ਨਹੀਂ। ਜਦੋਂ ਜੰਗ ਕਿਤੇ ਵੀ ਲੱਗਦੀ ਹੈ, ਅੱਜ ਅਸੀਂ ਇੱਕ ਗਲੋਬਲ ਵਿਲੇਜ ਰਹਿੰਦੇ ਹਾਂ ਤੇ ਜੋ ਕੁਝ ਸਾਡੇ ਆਸ-ਪਾਸ ਹੁੰਦਾ ਉਸ ਦਾ ਕੋਈ ਨਾ ਕੋਈ ਅਸਰ ਜਿਹੜਾ ਹੈ ਜ਼ਰੂਰ ਪੈਂਦਾ ਹੈ। ਬਿਲਕੁਲ ਪੈਂਦਾ ਜੀ, ਬਿਲਕੁਲ ਦਰੁਸਤ ਹੈ ਜੀ ਗੱਲ। ਸੋ ਰਵਿੰਦਰ ਜੀ, ਹੋਇਆ ਕਿ ਚਾਈਨਾ ਇੱਕ ਬਹੁਤ ਅਹਿਮ ਮਾਰਕੀਟ ਹੈਗੀ ਹੈ। ਪੈਂਡੇਮਿਕ ਦੇ ਕਾਰਨ ਚਾਈਨੀਜ਼ ਮਾਰਕੀਟਸ ਬੰਦ ਹੋਣੀਆਂ ਸ਼ੁਰੂ ਹੋ ਗਈਆਂ,
ਤੇ ਚਾਈਨਾ ਮੇਜਰ ਸਪਲਾਇਰ ਹੈ ਦੁਨੀਆ ਦਾ, ਜਿਹੜਾ ਕਿ ਸਾਨੂੰ ਸਮਾਨ ਭੇਜਦਾ ਹੈ, ਉਹ ਭਾਵੇਂ ਅਸੀਂ ਕੈਨੇਡਾ 'ਚ ਬੈਠੇ ਹਾਂ, ਭਾਵੇਂ ਅਮਰੀਕਾ 'ਚ ਬੈਠੇ ਹਾਂ ਤੇ ਭਾਵੇਂ ਹੁਣ ਇੰਡੀਆ 'ਚ ਬੈਠੇ ਹਾਂ। ਸੋ ਜਦੋਂ ਉੱਥੇ ਮਾਰਕੀਟਸ ਬੰਦ ਸ਼ੁਰੂ ਹੋਈਆਂ, ਉਸ ਦੇ ਨਾਲ ਨਾਲ ਜਿਹੜੇ ਕਾਰਗੋ ਦੇ ਰਾਹੀਂ ਸਮਾਨ ਆਉਂਦਾ ਸੀ, ਜਿਹੜੇ ਸਮੁੰਦਰੀ ਜਹਾਜ਼ ਨੇ, ਉਹਨਾਂ ਦੀ ਜਿਹੜੀ ਪ੍ਰਾਈਸ ਸੀ ਭੇਜਣ ਦੀ, ਮਿਸਾਲ ਦੇ ਤੌਰ ਤੇ ਚਾਈਨਾ ਤੋਂ ਜੇ ਵੈਂਕੂਵਰ ਦੇ ਵਿੱਚ ਕੋਈ $2500 ਦੇ ਵਿੱਚ ਕੰਟੇਨਰ ਆ ਜਾਂਦਾ ਸੀ, ਉਸ ਦੀ ਕੀਮਤ ਜੀ 22,000 25,000 ਤੱਕ ਚਲੀ ਗਈ। ਹੁਣ ਕੋਈ ਵੀ ਬਿਜ਼ਨਸਮੈਨ ਜਿਹੜਾ ਹੈਗਾ, ਉਸਨੇ ਪੈਸੇ ਤਾਂ ਵਸੂਲ ਨਹੀਂ ਨੇ, ਸੋ ਉਸਨੇ ਕੀ ਕੀਤਾ ਕਿ ਉਹ ਬੋਝ ਜਿਹੜਾ ਹੈ ਉਹ ਕਸਟਮਰਸ 'ਤੇ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਕੋਲ ਬਹੁਤ ਸਾਰਾ ਪੈਸਾ ਹੈਗਾ ਸੀ ਤੇ ਉਹਨਾਂ ਨੇ ਆਫ ਕੋਰਸ, ਜਦੋਂ ਪੈਸਾ ਤੁਹਾਡੀ ਜੇਬ 'ਚ ਹੋਏਗਾ ਤੁਸੀਂ ਉਸ ਨੂੰ ਖਰਚੋਗੇ ਵੀ, ਐਂਡ ਖਾਣ ਪੀਣ ਦੇ ਉੱਤੇ ਲੋਕਾਂ ਨੇ ਬਹੁਤ ਸਾਰਾ ਪੈਸਾ ਖਰਚਿਆ, ਐਂਡ ਉਹਦੇ ਨਾਲ ਮਹਿੰਗਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ। ਹੁਣ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਕਿ 2022 ਦੇ ਸ਼ੁਰੂ ਦੇ ਵਿੱਚ, ਜਦੋਂ ਮਾਰਕੀਟ ਬਹੁਤ ਹੌਟ ਸੀ, ਕਿ ਇੱਕ ਐਸਾ ਵੀ ਸਮਾਂ ਆਏਗਾ ਕਿ ਸਰਕਾਰ ਪੈਸੇ ਜਿਹੜੇ ਤੁਸੀਂ ਵਿਆਜ ਤੇ ਲੈ ਰਹੇ ਹੋ ਉਸ ਨੂੰ ਵਧਾਉਣਾ ਸ਼ੁਰੂ ਕਰ ਦੇਣਗੇ, ਵਿਆਜ ਦਰ, ਕਿਉਂਕਿ ਬੈਂਕ ਆਫ ਕੈਨੇਡਾ ਨੇ ਇਹ ਦੇਖਿਆ ਕਿ ਇਨਫਲੇਸ਼ਨ ਜਿਹੜੀ ਉਹ ਕੰਟਰੋਲ ਨਹੀਂ ਹੋ ਰਹੀ। ਜਨਰਲੀ ਕੈਨੇਡਾ ਦੇ ਵਿੱਚ ਇਨਫਲੇਸ਼ਨ 2 ਤੋਂ 2.5% 3% ਦੇ ਵਿੱਚ ਰਹਿੰਦੀ ਹੈ, ਪਰ ਇਹ ਵੀ ਸਮਾਂ ਆ ਗਿਆ ਜਦੋਂ ਕਿ 9% ਤੇ ਇਨਫਲੇਸ਼ਨ ਚਲੇਗੀ। ਹੁਣ ਹੁੰਦਾ ਕੀ ਹੈ ਜੀ, ਇਨਫਲੇਸ਼ਨ ਨੂੰ ਰੋਕਣ ਵਾਸਤੇ ਜਿਹੜੇ ਅਰਥ ਸ਼ਾਸਤਰੀ ਹੈਗੇ ਨੇ, ਉਹ ਇਹ ਕਹਿੰਦੇ ਹੈਗੇ ਨੇ ਕਿ ਸਰਕਾਰ ਨੂੰ ਵਿਆਜ ਦਰ ਮਹਿੰਗਾ ਕਰਨਾ ਪੈਂਦਾ, ਕਿਉਂਕਿ ਘੱਟ ਪੈਸਾ ਜੇਕਰ ਲੋਕਾਂ ਕੋਲ ਹੋਏਗਾ, ਘੱਟ ਉਹ ਖਰਚਣਗੇ। ਸੋ ਲੋਕਾਂ ਨੂੰ ਰੋਕਣ ਵਾਸਤੇ ਸਰਕਾਰ ਨੇ ਵਿਆਜ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ, ਤੇ ਸਭ ਤੋਂ ਜ਼ਿਆਦਾ ਇਸ ਦਾ ਇੰਪੈਕਟ ਪਿਆ ਸਾਡੀ ਰੀਅਲ ਏਸਟੇਟ ਮਾਰਕੀਟ ਤੇ, ਜਿਹੜੀ ਕਿ ਤਕਰੀਬਨ ਅਪ੍ਰੈਲ ਮਈ ਜੂਨ ਤੋਂ ਬਾਅਦ ਇੱਕ ਤਰ੍ਹਾਂ ਦੀ ਠੱਪ ਹੋਣੀ ਸ਼ੁਰੂ ਹੋਈ। ਐਂਡ ਇਸ ਤੋਂ ਪਹਿਲਾਂ ਵੀ ਵਾਰਨਿੰਗਸ ਆ ਰਹੀਆਂ ਸੀ ਕਿ ਮਾਰਕੀਟ ਜਿਹੜੀ ਹੈ 16 ਤੋਂ ਲੈ ਕੇ 30% ਤੱਕ ਡਾਊਨ ਜਾ ਸਕਦੀ ਹੈ ਜੇਕਰ ਸਰਕਾਰ ਨੇ ਵਿਆਜ ਦਰ ਵਧਾ ਦਿੱਤਾ। ਹੁਣ ਲੋਕਾਂ ਨੇ ਤੇ ਸਰਕਾਰ ਤੇ ਵਿਸ਼ਵਾਸ ਕੀਤਾ ਸੀ ਕਿ ਜੀ 2023 ਤੱਕ ਇੰਟਰਸਟ ਰੇਟ ਨਹੀਂ ਵਧਣਾ। ਸੋ 2 ਸਾਲ ਦਾ ਪੀਰੀਅਡ ਰੀਅਲ ਏਸਟੇਟ ਵਿੱਚ ਬਹੁਤ ਅਹਿਮ ਹੁੰਦਾ ਹੈਗਾ, ਲੇਕਿਨ ਜਦੋਂ ਇਹ ਵਿਆਜ ਦਰ ਵਧਣੇ ਸ਼ੁਰੂ ਹੋਏ, ਉਸ ਦੇ ਨਾਲ ਲੋਕਾਂ ਦੀ ਆਮਦਨਾਂ ਤਾਂ ਈਵਨ ਸਰਵ ਜਿਹੜਾ ਸੀ ਉਹ ਵੀ ਬੰਦ ਹੋਣਾ ਸ਼ੁਰੂ ਹੋ ਗਿਆ। ਸਰਕਾਰ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਅਸੀਂ ਉਹਨਾਂ ਲੋਕਾਂ ਨੂੰ ਵੀ ਪੈਸੇ ਦੇ ਦਿੱਤੇ ਜਿਨ੍ਹਾਂ ਨੂੰ ਲੋੜ ਨਹੀਂ ਸੀ। ਸਰਕਾਰ ਨੇ ਉਹ ਪੈਸੇ ਵਸੂਲਣੇ ਸ਼ੁਰੂ ਕੀਤੇ, ਲੋਕਾਂ ਨੂੰ ਨੋਟਿਸਿਸ ਆਉਣੇ ਸ਼ੁਰੂ ਹੋਏ, ਤੇ ਉਸ ਨਾਲ ਮਾਰਕੀਟ ਵਿੱਚ ਇੱਕ ਤਰ੍ਹਾਂ ਦੀ ਤਰਥੱਲੀ ਮਚ ਗਈ, ਜਿਸ ਦਾ ਕਿ ਪਬਲਿਕ ਸੈਂਟੀਮੈਂਟ ਜਦੋਂ ਨੈਗੇਟਿਵ ਹੁੰਦਾ ਉਸ ਦਾ ਇੰਪੈਕਟ ਰੀਅਲ ਏਸਟੇਟ ਤੇ ਪੈਂਦਾ ਹੈ। ਸੋ ਮਾਰਕੀਟ ਹੌਲੀ ਹੌਲੀ ਮਈ ਜੂਨ ਜੁਲਾਈ ਅਗਸਤ ਤੋਂ ਬਾਅਦ ਥੱਲੇ ਜਾਣੀ ਸ਼ੁਰੂ ਹੋ ਗਈ, ਤੇ ਅੱਜ ਇਹ ਸਮਾਂ ਹੈਗਾ ਕਿ ਮਾਰਕੀਟ ਓਵਰਆਲ ਕੈਨੇਡਾ ਦੇ ਵਿੱਚ -16% ਤੇ ਹੈਗੀ ਹੈ। 16% ਮਾਰਕੀਟ ਡਾਊਨ ਆ ਚੁੱਕੀ ਹੈ, ਤੇ ਇਕੋਨੋਮਿਸਟ ਇਹ ਪ੍ਰੈਡਿਕਟ ਕਰ ਰਹੇ ਨੇ ਕਿ ਈਵਨ 30% ਤੱਕ ਡਾਊਨ ਜਾ ਸਕਦੀ ਹੈ। ਹੁਣ ਦੂਸਰੇ ਪਾਸੇ ਜਿਹੜਾ ਸਰਕਾਰ ਨੇ ਵਿਆਜ ਦਰ ਵਧਾਉਣੇ ਸ਼ੁਰੂ ਕੀਤੇ, ਐਕਸਪੈਕਟਡ ਤਾਂ ਇਹ ਸੀ ਕਿ ਇਸ ਦਾ ਇੰਪੈਕਟ ਪਏਗਾ ਇਨਫਲੇਸ਼ਨ ਦੇ ਉੱਤੇ, ਲੇਕਿਨ ਇਨਫਲੇਸ਼ਨ ਜੋ ਹੈ ਜੀ ਟੇਮ ਨਹੀਂ ਹੋ ਰਹੀ। ਅਜੇ ਵੀ ਇਨਫਲੇਸ਼ਨ 7 ਤੋਂ ਲੈ ਕੇ 8% ਦੇ ਵਿੱਚ ਜੋ ਹੈ। ਐਂਡ ਦੂਸਰੇ ਪਾਸੇ ਸਰਕਾਰ ਨੇ ਇਹ ਸੋਚਿਆ ਸੀ ਕਿ ਜੀ ਅਨਇੰਪਲੋਇਮੈਂਟ ਵਧੇਗੀ, ਕਿਉਂਕਿ ਬੈਂਕ ਆਫ ਕੈਨੇਡਾ ਚਾਹੁੰਦਾ ਹੈਗਾ ਕਿ ਅਨਇੰਪਲੋਇਮੈਂਟ ਵਧੇ ਤੇ ਵਿਆਜ ਦਰਾਂ ਦਾ ਅਸਰ ਜਿਹੜਾ ਉਹ ਸਾਨੂੰ ਮਾਰਕੀਟ ਦੇਖਣ ਨੂੰ ਮਿਲੇ, ਲੇਕਿਨ ਅਜੇ ਤੱਕ ਉਹ ਸਾਨੂੰ ਵੇਖਣ ਨੂੰ ਨਹੀਂ ਮਿਲ ਰਿਹਾ। ਅਜੇ ਵੀ ਰੈਸਟੋਰੈਂਟਸ ਜਾਂ ਸਰਵਿਸ ਇੰਡਸਟਰੀ ਜਿਹੜੀ ਉਹ ਬਹੁਤ ਜ਼ਿਆਦਾ ਬਿਜ਼ੀ ਹੈਗੀ ਹੈ। ਸੋ ਸਰਕਾਰ ਇਸ ਦੇ ਵਿੱਚ ਫੇਲ ਹੋ ਰਹੀ ਹੈ ਇਸ ਨੂੰ ਕੰਟਰੋਲ ਕਰਨ ਦੇ ਵਿੱਚ। ਹੁਣ ਹੋ ਕੀ ਰਿਹਾ ਹੈ ਕਿ ਤੁਸੀਂ ਜਦੋਂ ਖਾਣ ਪੀਣ ਦੀ ਚੀਜ਼ਾਂ ਦੀ ਗੱਲ ਕਰ ਰਹੇ ਹੋ, ਅਲਟੀਮੇਟਲੀ ਹਰ ਕਿਸੇ ਨੇ ਕੰਜ਼ਿਊਮ ਤਾਂ ਕਰਨਾ ਹੈ, ਰੋਟੀ ਕੱਪੜਾ ਤੇ ਮਕਾਨ, ਬੇਸਿਕ ਨੈਸੈਸਿਟੀ ਜਿਹੜੀ ਹੈ ਉਹ ਪੂਰੀ ਕਰਨੀ ਹੈ। ਸੋ ਇਨਫਲੇਸ਼ਨ ਜਿਹੜੀ ਹੈਗੀ ਹਰ ਇੱਕ ਚੀਜ਼ ਦੀ 10 ਤੋਂ ਲੈ ਕੇ 18% ਤਾਂ ਈਵਨ 25% ਤੱਕ ਵੱਧ ਗਈ ਹੈ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਤੁਸੀਂ ਮੀਟ ਦੀ ਗੱਲ ਕਰੋ ਤਾਂ ਇਹਦੇ ਵਿੱਚ ਓਵਰਆਲ ਜੋ ਤੁਸੀਂ ਕੈਨੇਡਾ ਭਰ ਵਿੱਚ ਦੇਖ ਰਹੇ ਹੋ ਤੇ 2 ਡਿਜਿਟ ਇਨਫਲੇਸ਼ਨ ਮਤਲਬ ਪ੍ਰਾਈਸ ਇਨਕਰੀਜ਼ ਦੇਖਿਆ ਜਾ ਰਿਹਾ ਹੈ। ਇਸੇ ਤਰੀਕੇ ਨਾਲ ਸਬਜ਼ੀਆਂ ਲੈ ਲਓ ਤੁਸੀਂ, ਇਸੇ ਤਰੀਕੇ ਨਾਲ ਬਾਕੀ ਵਸਤਾਂ ਜਿਹੜੀਆਂ ਹੈਗੀਆਂ ਨੇ ਖਾਣ ਪੀਣ ਦੀਆਂ, ਉਹ ਕੰਟਰੋਲ 'ਚ ਨਹੀਂ ਆ ਰਹੀਆਂ ਸਰਕਾਰ ਦੇ। ਅੱਛਾ, ਸਰਕਾਰ ਦੀ ਇੱਕ ਪਾਲਿਸੀ ਬੜੀ ਹੈਰਾਨੀ ਵਾਲੀ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਜਿੱਥੇ ਸਰਕਾਰ ਤਾਂ ਐਕਸਪੈਕਟ ਕਰ ਰਹੀ ਸੀ ਕਿ ਜੀ ਵਿਆਜ ਦਰ ਵਧਾਈ ਜਾਓ, ਇਨਫਲੇਸ਼ਨ ਘਟਦੀ ਜਾਏਗੀ, ਉਹ ਤਾਂ ਕੁਝ ਚੀਜ਼ ਸਾਨੂੰ ਅਸਰ ਨਜ਼ਰ ਨਹੀਂ ਆਇਆ। ਪਰ ਨਾਲ ਹੀ ਜਦੋਂ ਹੁਣ ਮਾਰਕੀਟ ਬੈਟਰ ਹੋ ਰਹੀ ਹੈ, ਇੰਟਰਨੈਸ਼ਨਲ ਸਪਲਾਈ ਚੇਨ ਵਿੱਚ ਬੈਟਰਮੈਂਟ ਆ ਰਹੀ ਹੈ, ਜਿੱਥੇ 25,000 ਤੱਕ ਇਹ ਕਾਰਗੋ ਦਾ ਫੇਅਰ ਆ ਗਿਆ ਸੀ, ਉਹ ਹੁਣ ਆ ਕੇ ਦੁਬਾਰਾ 2500 ਤੋਂ ਲੈ ਕੇ 3500 ਦੇ ਵਿੱਚ ਆ ਗਿਆ ਹੈਗਾ। ਲੇਕਿਨ ਜਿਹੜੇ ਦੁਕਾਨਦਾਰ ਹੈਗੇ ਨੇ ਜਾਂ ਹੋਲਸੇਲਰਸ ਹੈਗੇ ਨੇ, ਉਹਨਾਂ ਨੇ ਪ੍ਰਾਈਸ ਰਿਡਿਊਸ ਨਹੀਂ ਕੀਤਾ। ਯਾਨੀ ਕਿ ਇਨਫਲੇਸ਼ਨ ਤਾਂ ਤਦ ਘਟੇਗੀ ਜੇਕਰ ਲੋਕਾਂ ਨੂੰ ਜਿਹੜਾ ਚੀਜ਼ ਮਿਲ ਰਹੀ ਹੈ ਉਸ ਦੇ ਵਿੱਚ ਕਟੌਤੀ ਹੋਵੇ, ਲੇਕਿਨ ਉਹ ਪ੍ਰੋਫਿਟ ਮਾਰਜਨ ਜਿਹੜਾ ਹੈਗਾ ਹੈ ਉਹ ਭਾਵੇਂ ਵੱਡੀ ਕੰਪਨੀਆਂ ਨੇ ਤੇ ਭਾਵੇਂ ਛੋਟੀ ਕੰਪਨੀਆਂ ਨੇ, ਉਹ ਇਸੇ ਤਰੀਕੇ ਨਾਲ ਬਰਕਰਾਰ ਹੈ। 2-3 ਦਿਨ ਪਹਿਲਾਂ ਹੀ ਇੱਕ ਰਿਪੋਰਟ ਆਈ ਸੀ ਲੌਬਲਾਜ਼ ਦੀ, ਜਿਹੜੀ ਕੈਨੇਡਾ ਦੀ ਇੱਕ ਬਹੁਤ ਵੱਡੀ ਕੰਪਨੀ ਹੈ, ਕਿ ਉਹਨਾਂ ਨੇ ਪ੍ਰਾਈਸ ਜਿਹੜਾ ਵਧਾਉਣ ਦਾ ਇੱਕ ਰੋਕ ਲਾਈ ਸੀ, ਉਹ ਉਹਨਾਂ ਨੇ ਖਤਮ ਕਰ ਦਿੱਤੀ ਹੈ। ਪ੍ਰਾਈਸ ਨਾ ਜੀ ਹਰਪ੍ਰੀਤ ਜੀ ਮਾਫ ਕਰਿਓ, ਮੈਂ ਇਹਦੇ 'ਚ ਇੱਕ ਐਡੀਸ਼ਨ ਕਰਨੀ ਚਾਹੁੰਦਾ ਹੈ ਕਿ ਸਰਕਾਰ ਇਸ ਚੀਜ਼ ਨੂੰ ਆਪਣੀ ਅਚੀਵਮੈਂਟ ਮੰਨਦੀ ਹੈ ਕਿ ਜਨਵਰੀ ਦਾ ਇਨਫਲੇਸ਼ਨ ਰੇਟ ਉਹ 5.9% ਹੋਇਆ, ਕਿ ਉਹ ਐਕਸਪੈਕਟਡ ਸੀਗਾ ਜੀ 6.1 ਜੀ, ਤੇ ਸਰਕਾਰ ਇਹਦੇ 'ਚ ਬਹੁਤ ਵੱਡੀ ਅਚੀਵਮੈਂਟ ਮੰਨਦੀ ਹੈ, ਜਦ ਕਿ ਜਨਵਰੀ 2022 ਦੇ ਵਿੱਚ ਇਹੀ ਇਨਫਲੇਸ਼ਨ ਰੇਟ 5.1% ਸੀਗਾ, ਔਰ
ਜਨਵਰੀ 2021 ਦੇ ਵਿੱਚ ਇਟ ਵਾਸ 1% ਓਨਲੀ, ਤੇ ਜਨਵਰੀ 2020 4%, ਜਨਵਰੀ 2019 ਦੇ ਵਿੱਚ ਇਹ ਸਿਰਫ 1.4% ਸੀਗਾ ਜੀ। ਤੇ ਅੱਜ ਸਰਕਾਰ ਇਹ ਅਚੀਵਮੈਂਟ ਮੰਨਦੀ ਹੈ ਕਿ ਜੀ ਅਸੀਂ 6.1 ਸੋਚਿਆ ਸੀਗਾ ਤੇ 5.9 ਹੀ ਵਧਿਆ, ਸੋ ਇਟ ਇਜ਼ ਅਵਰ ਅਚੀਵਮੈਂਟ। ਬਟ ਲੌਬਲਾਜ਼ ਤੇ ਹੋਰ ਕੰਪਨੀਆਂ ਤੇ ਵੀ ਮੈਂ ਇਹਦੇ ਤੇ ਚਰਚਾ ਕਰਨੀ ਚਾਹੂੰਗਾ, ਪਰ ਇਹ ਕਿਸ ਤਰ੍ਹਾਂ ਦੀ ਅਚੀਵਮੈਂਟ ਹੈ ਜੀ ਇਹ ਸਰਕਾਰ ਦੀ? ਵੈਲ ਨੰਬਰਸ ਨੂੰ ਤੁਸੀਂ ਜਿਸ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕਰਕੇ ਲੋਕਾਂ ਦੇ ਸਾਹਮਣੇ ਲੈ ਆਓ, ਪਰ ਜਦ ਤੱਕ ਉਸ ਦਾ ਰਿਜ਼ਲਟ ਲੋਕ ਨਹੀਂ ਦੇਖਣਗੇ ਕਿ ਜਿਹੜੀਆਂ ਤੁਸੀਂ ਸਬਜ਼ੀਆਂ ਲੈਣ ਜਾ ਰਹੇ ਹੋ ਜਾਂ ਜਿਹੜੀਆਂ ਤੁਸੀਂ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਨ ਲਈ ਚੀਜ਼ਾਂ ਲੈਣ ਜਾ ਰਹੇ ਹੋ, ਕਿ ਉਸ ਦੇ ਵਿੱਚ ਕਮੀ ਆਈ ਹੈ। ਤੁਸੀਂ ਦੁੱਧ ਦੀ ਫੋਰ ਐਗਜ਼ਾਮਪਲ ਲੈ ਲਓ, ਜਿਹੜਾ ਕਿ ਜਨਰਲੀ ਇੱਥੇ ਵੈਂਕੂਵਰ ਇਲਾਕੇ ਦੇ ਵਿੱਚ 4.5 ਤੋਂ ਲੈ ਕੇ 4.8 ਡਾਲਰਸ ਤੱਕ ਜਿਹੜਾ ਗੈਲਨ ਵਿਕ ਰਿਹਾ ਸੀ, ਉਹ ਅੱਜ 5.8 ਤੋਂ ਲੈ ਕੇ 6 ਕੁਝ ਤੇ ਪਹੁੰਚਿਆ ਹੋਇਆ ਹੈ। ਸੋ ਜੇ ਇਨਫਲੇਸ਼ਨ ਘਟੀ ਹੈ 9% ਤੋਂ ਜੇ ਘਟੀ ਹੈ, ਦੈਟ ਸ਼ੁੱਡ ਹੈਵ ਬੀਨ ਰਿਫਲੈਕਟਡ ਔਨ ਆਰ ਬਜਟ, ਬਟ ਅਜੇ ਤੱਕ ਨਾ ਸਬਜ਼ੀਆਂ ਘਟ ਰਹੀਆਂ ਨੇ, ਨਾ ਮੀਟ ਦੀ ਕੀਮਤ 'ਚ ਕਮੀ ਆਈ ਹੈ, ਨਾ ਸਾਡੇ ਹੋਰ ਚੀਜ਼ਾਂ ਜਿਹੜੀਆਂ ਅਸੀਂ ਕੰਜ਼ਿਊਮ ਕਰ ਰਹੇ ਹਾਂ ਕਮੀ ਆਈ ਹੈ। ਸੋ ਸਰਕਾਰ ਦਾ ਇਹ ਦਾਵਾ ਕਿ ਜੀ ਅਸੀਂ 5.9% ਤੇ ਇਨਫਲੇਸ਼ਨ ਲੈ ਆਏ ਹਾਂ, ਇਟ ਇਜ਼ ਨਾਟ ਰਿਫਲੈਕਟਡ ਇਨ ਦ ਡੇਲੀ ਕਮੋਡਿਟੀਜ਼ ਦੈਟ ਵੀ ਆਰ ਕੰਜ਼ਿਊਮਿੰਗ। ਸੋ ਇਸ ਕਰਕੇ ਅਜੇ ਸਰਕਾਰ ਤਾਂ ਇਹ ਮੰਨ ਰਹੀ ਹੈ, ਲੇਕਿਨ ਆਮ ਜਨਤਾ ਜਿਹੜੀ ਅਜੇ ਵੀ ਤਰਾਹ ਕਰ ਰਹੀ ਹੈ ਕਿ ਕੀਮਤਾਂ ਉਹਨਾਂ ਦੀ ਬਾਹਰ ਉਹਨਾਂ ਦੀ ਵੱਸ ਤੋਂ ਪਿੱਛੇ ਗਈਆਂ ਹੋਈਆਂ ਨੇ, ਉਹ ਕਾਬੂ ਨਹੀਂ ਆ ਰਹੀਆਂ। ਕੈਨੇਡਾ ਦੇ ਵਿੱਚ ਰਵਿੰਦਰ ਜੀ 1.5 ਮਿਲੀਅਨ ਲੋਕ ਜਿਹੜੇ ਨੇ ਫੂਡ ਬੈਂਕਸ ਦਾ ਇਸਤੇਮਾਲ ਕਰ ਰਹੇ ਹੈਗੇ ਨੇ। ਦੇਖੋ 38 ਮਿਲੀਅਨ ਦੀ ਪੋਪੂਲੇਸ਼ਨ ਹੋਈ, ਤਾਂ ਵਿੱਚੋਂ 1.5 ਮਿਲੀਅਨ ਜਿਹੜਾ ਹੈਗਾ ਉਹ ਫੂਡ ਬੈਂਕਸ ਤੇ ਨਿਰਭਰ ਹੋਏ। ਇਹ ਸ਼ੋਅ ਕਰਦਾ ਹੈ ਸਰਕਾਰ ਦੀ ਨਾਕਾਮਯਾਬੀ ਕਿ ਕੀ ਉਹ ਕਾਮਯਾਬ ਨਹੀਂ ਹੋ ਰਹੇ ਤੇ ਉਹ ਫੇਲ ਹੋ ਰਹੇ ਨੇ ਬੜੇ ਵੱਡੇ ਪੱਧਰ ਦੇ ਉੱਤੇ। ਜੀ ਬਹੁਤ ਵੱਡੀ ਸਟੇਟਮੈਂਟ ਹੈ ਹਰਪ੍ਰੀਤ ਜੀ। ਇਹਦੇ ਨਾਲ ਹੀ ਲੌਬਲਾਜ਼ ਦੀ ਤੁਸੀਂ ਗੱਲ ਛੇੜੀ ਸੀ, ਉਹਨਾਂ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਰਿਚਰਡ ਡੈਫਰਸਨ ਨੂੰ ਇੱਕ ਸਟੇਟਮੈਂਟ ਦੇਣੀ ਪਈ ਹੈ ਕਿ ਅਸੀਂ ਇਨਫਲੇਸ਼ਨ ਦਾ ਫਾਇਦਾ ਨਹੀਂ ਲੈ ਰਹੇ ਬਟ ਅਸੀਂ ਪ੍ਰੋਫਿਟ 'ਚ ਆ ਗਏ ਹਾਂ। ਇਹ ਬੜੀ ਕਮਾਲ ਦੀ ਸਟੇਟਮੈਂਟ ਹੈ, ਬੜੀ ਕੰਟਰਾਡਿਕਟਰੀ ਹੈ ਜੀ। ਉਹ ਕਹਿੰਦੇ ਮਿਡ 2021 ਦੇ ਵਿੱਚ ਸਾਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ ਸੀਗਾ, ਬਟ ਅਸੀਂ ਇਨਫਲੇਸ਼ਨ ਦਾ ਕੋਈ ਫਾਇਦਾ ਨਹੀਂ ਲੈ ਰਹੇ। ਇਹੀ ਸਟੇਟਮੈਂਟ ਇਹਨਾਂ ਨੇ ਪਹਿਲਾਂ ਵੀ ਦਿੱਤੀ ਸੀ ਜੀ, ਸੇਮ ਸਟੇਟਮੈਂਟ। ਜੇਕਰ ਮੇਰੇ ਖਿਆਲ 3-4 ਹਫ਼ਤੇ ਪੁਰਾਣੀ ਗੱਲ ਹੈ, ਸ਼ਾਇਦ ਤੁਸੀਂ ਵੀ ਰਵਿੰਦਰ ਜੀ ਦੇਖਿਆ ਹੋਏਗਾ, ਇੱਕ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਪਿਕਚਰ, ਸ਼ਾਇਦ ਲੌਬਲਾਜ਼ ਹੀ ਸੀ ਜਾਂ ਕੋਈ ਹੋਰ ਕੰਪਨੀ ਸੀ, ਮੈਨੂੰ ਇਹ ਯਾਦ ਨਹੀਂ ਆ ਰਿਹਾ। ਇੱਕ ਚਿਕਨ ਦਾ ਉਹਨਾਂ ਨੇ ਦਿਖਾਇਆ ਸੀ ਇੱਕ ਟਰੇ ਜਿਹੜੀ ਕਿ $30 ਪਰ ਪਾਊਂਡ ਕੇ ਕੁਝ ਇਸ ਹਿਸਾਬ ਨਾਲ ਉਹ ਵੇਚਣ ਦੀ ਉਹ ਗੱਲ ਕਰ ਰਹੀ ਸੀ, $27 ਤੋਂ $30 ਦੇ ਵਿੱਚ ਸੀ। ਸੋ ਤੁਸੀਂ ਹਿਸਾਬ ਲਾ ਲਓ ਕਿ ਇਹ ਵੱਡੀ ਕੰਪਨੀਆਂ ਜਿਹੜੇ ਭਾਵੇਂ ਪ੍ਰਾਈਸ ਫਰੀਜ਼ ਰੱਖਿਆ ਹੋਇਆ ਸੀ ਇਹਨਾਂ ਨੇ, ਪਰ ਉਸ ਦੇ ਬਾਵਜੂਦ ਇਹਨਾਂ ਨੂੰ ਪ੍ਰੋਫਿਟ ਹੋਇਆ, ਕਿਉਂਕਿ ਕੰਜ਼ੰਪਸ਼ਨ ਤਾਂ ਆਫ ਕੋਰਸ ਵਧੀ ਹੈ। ਜਦੋਂ ਤੁਸੀਂ ਘਰਾਂ 'ਚ ਵੀ ਸੀ ਪੈਂਡੇਮਿਕ ਵਿੱਚ, ਖਾਣਾ ਪੀਣਾ ਤਾਂ ਕਿਸੇ ਨੇ ਬੰਦ ਨਹੀਂ ਕੀਤਾ ਸੀ, ਤੇ ਅੱਜ ਵੀ ਹਰ ਕਿਸੇ ਨੇ ਖਾਣਾ ਪੀਣਾ ਹੈਗਾ। ਸੋ ਬਜਾਏ ਕਿ ਇਹਨਾਂ 'ਤੇ ਮੋਨੀਟਰ ਹੋਵੇ ਕਿਸੇ ਚੀਜ਼ ਦਾ, ਅਨਫੋਰਚੂਨੇਟਲੀ ਕੈਨੇਡਾ ਦੇ ਵਿੱਚ ਕੋਈ ਐਸੀ ਰੈਗੂਲੇਸ਼ਨ ਨਹੀਂ ਹੈਗੀ ਕਿ ਜਿਹੜੀ ਇਹ ਚੀਜ਼ ਨੂੰ ਰੋਕ ਕੇ ਮੋਨੀਟਰ ਕਰੇ, ਕੋਈ ਸਰਕਾਰੀ ਏਜੰਸੀ ਨਹੀਂ ਹੈਗੀ ਜਿੱਥੇ ਕਿ ਅਸੀਂ ਬਾਕੀ ਚੀਜ਼ਾਂ ਤੋਂ ਤਾਂ ਕਹਿੰਦੇ ਹਾਂ ਕਿ ਜੀ ਕੰਟਰੋਲ ਕੀਤਾ ਜਾਏ, ਲੇਕਿਨ ਕਿਉਂ ਨਹੀਂ ਖਾਣ ਪੀਣ ਦੀਆਂ ਜਿਹੜੀਆਂ ਬੇਸਿਕ ਨੈਸੈਸਿਟੀਜ਼ ਦੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ 'ਤੇ ਸਰਕਾਰ ਮੋਨੀਟਰ ਕਰੇ ਤੇ ਉਹਨਾਂ ਦਾ ਇੱਕ ਪ੍ਰਾਈਸ ਜਿਹੜਾ ਉਹ ਸੈੱਟ ਕਰ ਦੇ। ਕਿਉਂ ਇੱਕ ਥਾਂ ਦੇ ਉੱਤੇ ਜਿਹੜਾ ਦੁੱਧ ਦੀ ਬੋਟਲ ਹੈਗੀ ਹੈ, ਇੱਕ ਗੈਲਨ ਜਿਹੜਾ ਹੈ ਉਹ $5 ਦਾ ਵਿਕ ਰਿਹਾ ਤੇ ਦੂਸਰੀ ਥਾਂ ਤੇ ਉਹ $7 ਦਾ ਵਿਕ ਰਿਹਾ ਹੈਗਾ। ਸੋ ਇੰਨੀ ਜ਼ਿਆਦਾ ਵੇਰੀਏਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ। ਤੇ ਤੁਸੀਂ ਆਪ ਹੀ ਦੇਖੋ ਜਿਹੜੇ ਫਲਾਇਰਸ ਅਸੀਂ ਦੇਖਦੇ ਹਾਂ ਕਿ ਸੇਮ ਚੀਜ਼ਾਂ ਦੇ ਉੱਤੇ, ਨੋ ਡਾਊਟ ਇਟਸ ਅ ਫ੍ਰੀ ਇਕੋਨਮੀ, ਆਈ ਐਬਸੋਲੂਟਲੀ ਐਗਰੀ, ਫ੍ਰੀ ਇਕੋਨਮੀ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਜਿਸ ਮਰਜ਼ੀ ਰੇਟ ਤੇ ਵੇਚੇ, ਲੋਕ ਉਸ ਨੂੰ ਲੈਂਦੇ ਨੇ। ਲੇਕਿਨ ਜਦੋਂ ਐਸਾ ਦਾ ਮਾਹੌਲ ਹੋਵੇ ਜਿੱਥੇ ਕਿ ਤੁਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੀ ਗੱਲ ਕਰ ਰਹੇ ਹੋ, ਤੇ ਸਰਕਾਰ ਜੇਕਰ ਫੋਰਨ ਇਨਵੈਸਟਮੈਂਟ ਬੰਦ ਕਰ ਸਕਦੀ ਹੈ 2 ਸਾਲਾਂ ਲਈ ਕਿ ਵੀ ਬਾਹਰ ਦਾ ਕੋਈ ਬੰਦਾ ਆ ਕੇ ਇੱਥੇ ਰੀਅਲ ਏਸਟੇਟ ਨਹੀਂ ਖਰੀਦ ਸਕਦਾ, ਤਾਂ ਕੀ ਉਹ ਪ੍ਰਾਈਸ ਫਰੀਜ਼ ਬਾਕੀ ਸਾਰੀ ਥਾਵਾਂ 'ਤੇ ਨਹੀਂ ਲਾ ਸਕਦੀ ਕਿ ਕਾਮਨ ਹੋਵੇ ਕਿ ਆਟਾ ਇੰਨੇ ਦਾ ਵਿਕਣਾ ਹੈਗਾ ਤੇ ਦਾਲ ਇੰਨੇ ਦੀ ਵਿਕਣੀ ਹੈ ਤੇ ਮੀਟ ਇੰਨੇ ਦਾ ਵਿਕਣਾ ਹੈ। ਸੋ ਅਗੇਨ ਆਈ ਫੀਲ ਕਿ ਇਹ ਸਰਕਾਰ ਨੂੰ ਕੰਟਰੋਲ ਵਿੱਚ ਲਿਆਉਣ ਵਾਸਤੇ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੈ, ਬਜਾਏ ਕਿ ਸਿਰਫ ਨੰਬਰਸ ਜਿਹੜੇ ਨੇ ਲੋਕਾਂ ਦੇ ਸਾਹਮਣੇ ਉਹ ਲੈ ਕੇ ਆਉਣ। ਜੀ ਤੇ ਹਰਪ੍ਰੀਤ ਜੀ, ਤੁਹਾਨੂੰ ਲੱਗਦਾ ਹੈ ਕਿ ਇਹਦਾ ਕਾਰਨ ਇਹ ਵੀ ਹੋ ਸਕਦਾ ਆ ਕਿ ਲੈਕ ਆਫ ਕੰਪੀਟੀਸ਼ਨ ਹੈ ਜੀ, ਲੌਬਲਾਜ਼, ਵਾਲਮਾਰਟ ਜਾਂ ਹੋਰ ਵੱਡੇ 4-5 ਪਲੇਅਰਸ ਹੀ ਨੇ ਇਸ ਮਾਰਕੀਟ ਦੇ ਵਿੱਚ, ਖਾਸ ਕਰ ਕੈਨੇਡੀਅਨ ਮਾਰਕੀਟ 'ਚ ਕੋਈ ਲੈਕ ਆਫ ਕੰਪੀਟੀਸ਼ਨ ਵੀ ਹੋ ਸਕਦਾ ਹੈ? ਇਦਾਂ ਦੀਆਂ ਵੀ ਸਟੇਟਮੈਂਟਸ ਆ ਰਹੀਆਂ ਨੇ ਸਾਹਮਣੇ। ਵੈਲ ਆਫ ਕੋਰਸ ਨੋ ਡਾਊਟ ਅਬਾਊਟ ਇਟ ਕਿ ਇੱਥੇ ਇਹੀ ਜਿਹੜੀਆਂ ਕੰਪਨੀਜ਼ ਹੈਗੀਆਂ ਇਹੀ ਕੰਟਰੋਲ ਕਰਦੀਆਂ ਨੇ ਕੈਨੇਡੀਅਨ ਇਕੋਨਮੀ ਨੂੰ ਇੱਕ ਤਰ੍ਹਾਂ ਦਾ। ਲੇਕਿਨ ਉਸ ਦੇ ਨਾਲ ਤੁਸੀਂ ਜੇਕਰ ਬਾਕੀ ਆਪਣੇ ਭਾਈਚਾਰੇ ਦੀ ਜੇਕਰ ਅਸੀਂ ਗੱਲ ਕਰੀਏ, ਸਾਡੇ ਵੀ ਬਹੁਤ ਸਾਰੇ ਸਟੋਰਸ ਹੈਗੇ ਨੇ ਜਿਹੜੇ ਕਿ ਆਪਣੀ ਕਮਿਊਨਿਟੀ ਨੂੰ ਕੇਟਰ ਕਰਦੇ ਨੇ। ਉੱਥੇ ਵੀ ਕੀਮਤਾਂ ਜਿਹੜੀਆਂ ਹੈਗੀਆਂ ਨੇ ਉਹ ਕੰਟਰੋਲ 'ਚ ਨਹੀਂ ਆ ਰਹੀਆਂ ਹੈਗੀਆਂ। ਜਿਹੜੀ ਚੀਜ਼ ਤੁਸੀਂ ਹੁਣ ਕਾਸਕੋ ਜਾਂਦੇ ਹੈਗੇ ਹੋ, ਕੋਈ ਐਸੀ ਚੀਜ਼ ਨਹੀਂ ਜਿੱਥੇ $2-2.5 ਨਹੀਂ ਵਧਾ ਦਿੱਤਾ ਗਿਆ। ਈਵਨ ਆਪਣੇ ਸਟੋਰਸ ਜਿਹੜੇ ਹੈਗੇ ਨੇ ਉੱਥੇ ਵੀ ਕੀਮਤਾਂ ਜਿਹੜੀਆਂ ਨੇ, ਇੱਕ ਇਹ ਵੀ ਸਮਾਂ ਆ ਗਿਆ ਸੀ ਜੀ ਕਿ ਜਿਹੜੇ ਆਲੂ ਹੈਗੇ ਨੇ ਉਹ ਇੱਥੇ $10 ਦੇ ਵਿਕ ਰਹੇ ਹੈਗੇ ਸੀ, ਜਿਹੜੇ ਕਿ ਹਾਰਡਲੀ $2-2.5 ਦੇ ਵਿਕਦੇ ਹੈਗੇ ਨੇ।
ਅਗੇਨ ਪਿਆਜ਼ ਨੂੰ ਲੈ ਲਓ ਤੁਸੀਂ, ਜਾਂ ਤੁਸੀਂ ਆਟੇ ਨੂੰ ਲੈ ਲਓ, ਆਟੇ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀ ਹੈਗੀਆਂ, ਜਿਹੜੇ ਕਿ ਆਮ ਬੰਦੇ ਦੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਰਹੀਆਂ ਨੇ। ਸੋ ਬਿਲਕੁਲ ਨੋ ਡਾਊਟ ਇੱਥੇ ਕੋਈ ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਹੈਗੀ ਸਰਕਾਰ ਦੀ ਜਿਹੜੀ ਕਿ ਇਹਨਾਂ ਨੂੰ ਮੋਨੀਟਰ ਕਰੇ, ਤੇ ਜਿਹੜਾ ਇਹ ਪ੍ਰੋਫਿਟ ਕਮਾ ਰਹੇ ਨੇ ਉਸ ਨੂੰ ਰੋਕਣ ਦੇ ਉੱਤੇ ਕੋਈ ਇੱਥੇ ਕੰਮ ਕਰ ਸਕਣ। ਸੋ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਇਸ ਸਮੇਂ ਹੋਰਡਿੰਗ ਕਰ ਰਿਹਾ ਜਾਂ ਲੋਕਾਂ ਨੂੰ ਫਲੀਸ ਕਰ ਰਿਹਾ ਹੈ, ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਏ, ਤਦ ਹੀ ਕਿਤੇ ਜਾ ਕੇ ਇਨਫਲੇਸ਼ਨ ਕੰਟਰੋਲ ਵਿੱਚ ਆਏਗੀ। ਜੀ ਬਿਲਕੁਲ, ਇਹਦੇ ਨਾਲ ਹੀ ਅਸੀਂ ਪ੍ਰਵਾਸ ਵੱਲ ਆਉਂਦੇ ਹਾਂ, ਜਿਵੇਂ ਪ੍ਰਵਾਸ ਬੜਾ ਵੱਡਾ ਮੁੱਦਾ ਆ, ਪਰ ਪ੍ਰਵਾਸੀ ਸਟੂਡੈਂਟਸ ਕਹਿ ਲਓ, ਚਾਹੇ ਪ੍ਰਵਾਸੀ ਜਿਹੜੇ ਇੱਥੇ ਆ ਰਹੇ ਨੇ, ਬੜਾ ਡਿਪਰੈਸ਼ਨ 'ਚ ਵੀ ਜਾਂਦੇ ਨੇ, ਸਟ੍ਰੈਸ 'ਚ ਵੀ ਜਾਂਦੇ ਨੇ। ਕਹਿੰਦੇ 1867 ਦੇ ਵਿੱਚ, ਜੀ ਮੈਂ ਪੜ੍ਹਿਆ ਸੀਗਾ, 1867 ਦੇ ਵਿੱਚ ਐਵਰੇਜ ਏਜ ਜਿਹੜੀ ਸੀਗੀ 64 ਵਰੇ ਦੀ ਸੀਗੀ ਜੀ, ਜਿਹੜੀ ਵੱਧ ਕੇ ਇਸ ਵੇਲੇ 67 ਈਅਰਸ ਹੋ ਚੁੱਕੀ ਹੈ। ਪਰ ਜਿਹੜਾ ਲਾਈਫ ਸਟਾਈਲ ਹੈ, ਲੈਵਲ ਆਫ ਸਟ੍ਰੈਸ ਹੈ, ਉਹ ਬਹੁਤ ਵੱਧਦਾ ਜਾ ਰਿਹਾ ਹੈ ਜੀ। ਬਿਲਕੁਲ ਜੀ, ਖਾਸ ਕਰ ਇਮੀਗ੍ਰੈਂਟਸ। ਐਬਸੋਲੂਟਲੀ। ਇਹਦੇ ਕੀ ਰੀਜ਼ਨ ਮੰਨੇ ਜਾ ਰਹੇ ਹਨ? ਰਵਿੰਦਰ ਜੀ, ਇਹ ਬਹੁਤ ਇੱਕ ਇੰਪੋਰਟੈਂਟ ਪੁਆਇੰਟ ਤੁਸੀਂ ਟੱਚ ਕੀਤਾ ਹੈਗਾ। ਅਸੀਂ ਆਪਣੇ ਮੁਲਕਾਂ ਨੂੰ ਛੱਡ ਕੇ ਇੰਡੀਆ, ਪਾਕਿਸਤਾਨ ਜਾਂ ਜਿੱਥੋਂ ਵੀ ਆਉਂਦੇ ਹਾਂ, ਇੱਥੇ ਕੈਨੇਡਾ ਜਿਸ ਕਰਕੇ ਆਉਂਦੇ ਹਾਂ ਕਿ ਇੱਥੇ ਲਾਈਫ ਦਾ ਸਟੈਂਡਰਡ ਜਿਹੜਾ ਹੈ ਉਹ ਬੈਟਰ ਹੈਗਾ। ਬਟ ਅਨਫੋਰਚੂਨੇਟਲੀ ਜਿਹੜਾ ਤੁਸੀਂ ਸਵਾਲ ਸ਼ੁਰੂ 'ਚ ਵੀ ਕੀਤਾ ਸੀ ਕਿ ਪਿਛਲੇ 20 ਸਾਲਾਂ ਦੇ, ਮੈਨੂੰ 20 ਸਾਲ ਹੋ ਗਏ ਇੱਥੇ ਕੈਨੇਡਾ 'ਚ ਆਏ ਹੋਏ, ਤੇ ਮੈਂ ਇੱਥੇ ਬੈਟਰਮੈਂਟ ਨਹੀਂ ਦੇਖ ਰਿਹਾ, ਡਿਟੀਰੀਓਰੇਸ਼ਨ ਹੀ ਦੇਖ ਰਿਹਾ। ਇਹ ਕੀ ਵਿਕਸਿਤ ਮੁਲਕ ਹੋਏਗਾ ਜਿਸ ਨੂੰ ਤੁਸੀਂ ਕਹੋਗੇ ਕਿ ਜਿੱਥੇ ਐਮਰਜੈਂਸੀ ਦੇ ਵਿੱਚ ਆ ਕੇ ਤੁਹਾਨੂੰ 10-10, 12-12 ਘੰਟੇ ਵੇਟ ਕਰਨਾ ਪਏ? ਕੀ ਇਹ ਵਿਕਸਿਤ ਮੁਲਕ ਹੈ ਜਿੱਥੇ ਬੱਚਿਆਂ ਦੀ ਦਵਾਈਆਂ ਵਾਸਤੇ ਤੁਹਾਨੂੰ ਦਵਾਈਆਂ ਨਾ ਮਿਲਣ ਤੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਸੀਂ ਕਿਸੇ ਦੋਸਤ ਮਿੱਤਰ ਨੂੰ ਬੇਨਤੀ ਕਰੋ ਕਿ ਜੀ ਸਾਨੂੰ ਅਮਰੀਕਾ ਤੋਂ ਦਵਾਈਆਂ ਇੱਥੇ ਭੇਜ ਦਿਓ? ਇਹ ਵਿਕਸਿਤ ਮੁਲਕਾਂ ਦੀਆਂ ਨਿਸ਼ਾਨੀਆਂ ਨਹੀਂ ਹੈਗੀਆਂ। ਕੀ ਇਹ ਵਿਕਸਿਤ ਮੁਲਕ ਹੈਗੇ ਜਿੱਥੇ ਆ ਕੇ ਤੁਹਾਨੂੰ ਰਹਿਣ ਵਾਸਤੇ ਜਿਹੜੀ ਥਾਂ ਹੈਗੀ ਹੈ ਉਹ ਅਨਅਫੋਰਡੇਬਲ ਹੋਵੇ? ਅੱਜ ਇਹ ਹਾਲਾਤ ਬਣ ਗਏ ਹੈਗੇ ਨੇ ਕਿ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਇੱਕ ਆਮ ਵਿਅਕਤੀ ਜਿਹੜਾ ਹੈਗਾ, ਜਿਹੜਾ ਇੱਥੇ ਆਂਦਾ ਹੈ, ਉਹ ਇੱਕ ਬੇਸਮੈਂਟ ਨਹੀਂ ਇਕੱਲਾ ਅਫੋਰਡ ਕਰ ਸਕਦਾ। ਸਿੰਗਲ ਬੈਡਰੂਮ ਦੀ ਬੇਸਮੈਂਟ ਜਿਹੜੀ ਹੈ $1400-1500 ਤੇ ਪਹੁੰਚ ਗਈ ਹੈ, ਤੇ ਡਬਲ ਬੈਡਰੂਮ ਦੀ ਬੇਸਮੈਂਟ ਜਿਹੜੀਆਂ ਨੇ ਉਹ $2000 $2200 ਦੇ ਉੱਤੇ ਚੜ੍ਹ ਰਹੀਆਂ ਹੈਗੀਆਂ ਨੇ। ਹੋਰ ਛੱਡੋ, ਹੁਣ ਇੱਕ ਨਵਾਂ ਟ੍ਰੈਂਡ ਜੋ ਵੇਖਣ ਨੂੰ ਮਿਲ ਰਿਹਾ ਹੈ ਕਿ ਈਵਨ ਜਿਹੜੇ ਬੈੱਡਸ ਹੈਗੇ ਨੇ ਉਹ ਵੇਚੇ ਜਾ ਰਹੇ ਨੇ, ਕਿ ਯਾਨੀ ਕਿ ਇੱਕ ਕਮਰੇ ਦੇ ਅੰਦਰ ਇੱਕ ਰੂਮ ਹੈ, ਉੱਤੇ 2 ਬੈੱਡ ਪਾ ਦਿੱਤੇ ਜਾਂਦੇ ਨੇ, $600 ਦਾ ਇੱਕ ਬੈੱਡ ਦਿੱਤਾ ਜਾਂਦਾ ਹੈ। ਹੋਰ ਛੱਡੋ, ਅੱਗੇ ਇਹ ਗੱਲ ਆ ਗਈ ਕਿ ਉਹ ਸਾਰੇ ਦਿਨ ਵਾਸਤੇ, ਯਾਨੀ ਕਿ 24 ਘੰਟੇ ਵਾਸਤੇ ਤੁਸੀਂ ਉਹ $600 ਇੱਕ ਬੈੱਡ ਦਾ ਨਹੀਂ ਦੇ ਰਹੇ। ਰਾਤ ਦੀ ਸ਼ਿਫਟ ਵਾਸਤੇ ਉਸੇ ਬੈੱਡ ਦੇ ਉੱਤੇ ਕੋਈ ਹੋਰ ਸੌਂ ਰਿਹਾ ਹੈ, ਸਵੇਰ ਦੀ ਸ਼ਿਫਟ ਵਾਸਤੇ ਕੋਈ ਹੋਰ ਉੱਥੇ ਸੌਂ ਰਿਹਾ ਹੈ। ਸੋ ਇਹ ਤਾਂ ਗੱਲਾਂ ਉਹੀ ਆ ਗਈਆਂ ਕਿ ਗੈਟੋਜ਼ ਇੱਕ ਤਰ੍ਹਾਂ ਦੇ ਬੰਦੇ ਜਾ ਰਹੇ ਨੇ, ਤੇ ਖਾਸ ਤੌਰ 'ਤੇ ਇਮੀਗ੍ਰੈਂਟਸ ਤੇ ਜਿਹੜੇ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆ ਰਹੇ ਨੇ। ਤੁਸੀਂ ਪਿਛਲੇ ਸਮੇਂ ਦੇ ਦੌਰਾਨ ਕਿੰਨੀਆਂ ਹੀ ਖਬਰਾਂ ਸੁਣੀਆਂ ਨੇ ਜਿੱਥੇ ਇਹ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਹੈ, ਕਿਉਂਕਿ ਮੈਂਟਲ ਸਟ੍ਰੈਸ ਇੰਨਾ ਵੱਧਦਾ ਜਾ ਰਿਹਾ ਹੈ। ਬੱਚਾ ਤਾਂ ਆਇਆ ਇੱਥੇ ਪੜ੍ਹਨ ਵਾਸਤੇ, ਤੇ ਨਾਲ ਉਸ ਨੂੰ ਜਿਹੜੇ 40 ਘੰਟੇ ਦਿੱਤੇ ਜਾਂਦੇ ਨੇ ਕਿ ਚਲੋ ਕੰਮ ਕਰਕੇ ਤੁਸੀਂ ਆਪਣਾ ਗੁਜ਼ਾਰਾ ਕਰ ਲਓ, ਪਰ ਅੱਜ 40 ਘੰਟੇ ਕਰਨ ਤੋਂ ਬਾਅਦ ਵੀ ਕਿਸੇ ਦਾ ਗੁਜ਼ਾਰਾ ਨਹੀਂ ਹੋ ਰਿਹਾ। ਐਂਡ ਅਨਫੋਰਚੂਨੇਟਲੀ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈ, ਗਰਲਸ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਹੋ ਰਹੀ ਹੈ, ਇਹ ਬਹੁਤ ਨਿੰਦਣਯੋਗ ਹੈ, ਤੇ ਇਸ ਉੱਤੇ ਸਰਕਾਰ ਨੂੰ ਜ਼ਰੂਰ ਕੁਝ ਸੋਚਣ ਦੀ ਲੋੜ ਹੈ। ਸਿਰਫ ਇਹ ਕਹਿ ਦੇਣਾ ਕਿ ਜੀ ਅਸੀਂ 5 ਲੱਖ ਨਵੇਂ ਇਮੀਗ੍ਰੈਂਟਸ ਲੈ ਕੇ ਆਵਾਂਗੇ, ਉਹ ਸਿਚੁਏਸ਼ਨ ਨੂੰ ਬੈਟਰ ਨਹੀਂ ਕਰੇਗਾ। ਕੀ ਸਾਡੇ ਕੋਲ ਇਨਫਰਾਸਟ੍ਰਕਚਰ ਹੈਗਾ ਕਿ ਅਸੀਂ ਉਹ ਜਿਹੜਾ ਇਨਟੇਕ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਕੁਝ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀਏ, ਜਾਂ ਸਿਰਫ ਸਾਨੂੰ ਪੜ੍ਹੇ ਲਿਖੇ ਨੌਜਵਾਨ ਚਾਹੀਦੇ ਨੇ ਜਿਹੜੇ ਕਿ ਅਸੀਂ ਇੱਥੇ ਲਿਆ ਕੇ ਡੰਪ ਕਰ ਦਈਏ ਤੇ ਉਹ ਸਰਵਿਸ ਇੰਡਸਟਰੀ ਸਿਰਫ ਪੈ ਜਾਣ? ਅੱਜ ਇਹ ਸਥਿਤੀ ਬਣੀ ਪਈ ਹੈ ਕਿ ਜਿਹੜੇ ਬੱਚੇ ਇੱਥੇ ਪੜ੍ਹਨ ਲਈ ਆ ਰਹੇ ਨੇ, ਕੀ ਤੁਸੀਂ ਐਕਸਪੈਕਟ ਕਰੋਗੇ ਕਿ ਕੀ ਉਹ ਪੜ੍ਹਾਈ ਵੱਲ ਧਿਆਨ ਦੇਣਗੇ ਜਾਂ ਆਪਣੀ ਸਿਰਫ ਬੇਸਿਕ ਨੈਸੈਸਿਟੀਜ਼ ਨੂੰ ਮੀਟ ਕਰਨ ਲਈ ਕੰਮ ਕਰਨਗੇ? ਤੇ ਜਦੋਂ ਇਸ ਗੇੜ ਵਿੱਚ ਕੋਈ ਪੈ ਜਾਂਦਾ ਹੈ, ਉਹ ਫਿਰ ਪੜ੍ਹਾਈ ਵਾਲਾ ਆਮ ਤੌਰ 'ਤੇ ਉਹ ਖੇਤਰ ਹੀ ਛੁੱਟ ਜਾਂਦਾ ਤੇ ਉਹ ਸਿਰਫ ਸਰਵਾਈਵਲ ਮੋਡ ਵਿੱਚ ਆ ਜਾਂਦਾ ਹੈ, ਜਿਹੜਾ ਕਿ ਅੱਜ ਸਾਨੂੰ ਵੇਖਣ ਨੂੰ ਮਿਲ ਰਿਹਾ। ਦੂਸਰੇ ਪਾਸੇ ਜੌਬਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਿੰਨੇ ਕੁ ਆ ਜੌਬਸ ਅਵੇਲੇਬਲ ਹੈਗੇ ਨੇ ਜਿਹੜੇ ਕਿ ਅਸੀਂ ਇਹ ਨਵੀਂ ਇਮੀਗ੍ਰੇਸ਼ਨ ਨੂੰ ਅਬਜ਼ੌਰਬ ਕਰਨ ਵਿੱਚ ਸਹਾਈ ਹੋ ਰਹੇ ਹਾਂ। ਈਵਨ ਪੜ੍ਹੇ ਲਿਖੇ ਲੋਕ ਵੀ ਜਿਹੜੇ ਆ ਰਹੇ ਨੇ ਇੱਥੇ, ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਹਮੇਸ਼ਾ ਹੀ ਗੱਲ ਰਹੀ ਹੈ ਫੋਰਨ ਕ੍ਰੈਡੈਂਸ਼ੀਅਲਸ ਦੀ ਕਿ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈਗਾ, ਪਰ ਈਵਨ ਜੇਕਰ ਤੁਸੀਂ ਇੱਥੇ ਆ ਕੇ ਬੇਸਿਕ ਕੈਨੇਡੀਅਨ ਕ੍ਰੈਡੈਂਸ਼ੀਅਲਸ ਵੀ ਲੈ ਲੈਂਦੇ ਹੋ, ਕਿੰਨੇ ਕੁ ਫਿਊਚਰ ਤੁਹਾਡੇ ਵਾਸਤੇ ਸਕੋਪ ਹੈਗਾ ਕਿ ਤੁਹਾਨੂੰ ਕੋਈ ਜੌਬਸ ਮਿਲਣਗੇ? ਸੋ ਮੈਂ ਇਹ ਸਮਝਣਾ ਬਿਲਕੁਲ ਇਹ ਮੁਲਕ ਦੇ ਵਿੱਚ ਇਮੀਗ੍ਰੈਂਟਸ ਦੀ ਲੋੜ ਹੈਗੀ ਹੈ, ਪਰ ਇਮੀਗ੍ਰੈਂਟਸ ਦੀ ਐਕਸਪਲੋਇਟੇਸ਼ਨ ਜਿਹੜੀ ਹੋ ਰਹੀ ਹੈ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਅੱਜ 50-50, 60-60 ਹਜ਼ਾਰ ਡਾਲਰ ਦੇ ਜੇ LMIs ਵਿਕ ਰਹੇ ਹੈਗੇ ਨੇ, ਕੀ ਸਰਕਾਰ ਨੂੰ ਪਤਾ ਨਹੀਂ ਹੈਗਾ ਹੈ? ਕੀ ਸਰਕਾਰ ਇਹਦੇ 'ਚ ਰਿਫਾਰਮ ਨਹੀਂ ਲਿਆ ਸਕਦੀ? ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈ, ਕੀ ਸਰਕਾਰ ਨੂੰ ਇਸ ਬਾਰੇ ਪਤਾ ਨਹੀਂ? ਪਰ ਸਰਕਾਰ ਸ਼ਾਇਦ ਗਹਿਰੀ ਨੀਂਦ ਵਿੱਚ ਸੁੱਤੀ ਪਈ ਹੈ ਤੇ ਇਸ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਸਿਰਫ ਡੰਪ ਕਰ ਰਹੀ ਹੈ ਇੱਥੇ ਇਮੀਗ੍ਰੈਂਟਸ ਨੂੰ, ਤੇ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਪ੍ਰੋਵਾਈਡ ਕਰ ਰਹੀ। ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਾ ਸਿਰਫ ਹਾਊਸਿੰਗ ਜਿਸ ਦਾ ਕ੍ਰਾਈਸਿਸ ਅਸੀਂ ਆਲਰੇਡੀ ਦੇਖ ਰਹੇ ਹਾਂ, ਪਰ ਉਸ ਦੇ ਨਾਲ ਨਾਲ ਹੈਲਥ ਕੇਅਰ
ਦੀ ਇੱਕ ਬਹੁਤ ਵੱਡੀ ਸਮੱਸਿਆ ਆਏਗੀ। ਐਂਡ ਮੈਂਟਲ ਹੈਲਥ ਕ੍ਰਾਈਸਿਸ ਤਾਂ ਰਵਿੰਦਰ ਜੀ, ਯੂ ਆਲਰੇਡੀ ਨੋ ਵੈਦਰ ਹੀ ਔਰ ਸ਼ੀ ਇਜ਼ ਐਨ ਇੰਟਰਨੈਸ਼ਨਲ ਸਟੂਡੈਂਟ ਔਰ ਪੀਪਲ ਹੂ ਹੈਵ ਬੀਨ ਲਿਵਿੰਗ ਹੇਅਰ ਫॉर ਲੌਂਗ, ਉਹ ਸਾਰੇ ਹੀ ਇਸ ਨੂੰ ਫੇਸ ਕਰ ਰਹੇ ਨੇ, ਕਿਉਂਕਿ ਇੱਥੇ ਅਫੋਰਡੇਬਿਲਿਟੀ ਫੈਕਟਰ ਜਿਹੜਾ ਇੰਨਾ ਜ਼ਿਆਦਾ ਭਾਰੂ ਹੋ ਚੁੱਕਿਆ ਹੈ ਕਿ ਤੁਸੀਂ 2 ਹਸਬੈਂਡ ਵਾਈਫ ਹੀ ਕਮਾਈ ਕਰ ਰਹੇ ਨੇ ਤੇ ਤੁਸੀਂ ਇੱਕ ਘਰ ਨਹੀਂ ਖਰੀਦ ਸਕਦੇ, ਕਿਉਂਕਿ ਮਿਲੀਅਨ ਤੇ ਗੱਲ ਹੀ ਹੁਣ ਮੁੱਕ ਗਈ। ਹੁਣ ਤਾਂ 1.5-2 ਮਿਲੀਅਨ ਡਾਲਰ ਤੱਕ ਘਰ ਪਹੁੰਚ ਗਏ ਨੇ। ਤੇ ਜੇਕਰ ਇੱਕ ਆંકੜੇ ਜਿਹੜੇ ਦੱਸਦੇ ਨੇ ਕਿ ਜੀ ਜੇਕਰ ਇੱਕ ਹਸਬੈਂਡ ਵਾਈਫ 2 ਲੱਖ ਡਾਲਰ ਨਹੀਂ ਕਮਾ ਰਹੇ ਤਾਂ ਉਹ ਹਾਊਸ ਅਫੋਰਡ ਨਹੀਂ ਕਰ ਸਕਣਗੇ। ਸੋ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਕੁ ਕੈਨੇਡੀਅਨਸ ਜਿਹੜੇ ਹੈਗੇ ਨੇ, ਖਾਸ ਤੌਰ ਤੇ ਜਿਹੜੇ ਨਵੇਂ ਆ ਰਹੇ ਨੇ, ਉਹ ਇਸ ਲੈਵਲ ਤੇ ਕਦੀ ਪਹੁੰਚ ਸਕਣਗੇ। ਸੋ ਗਵਰਨਮੈਂਟ ਹੈਜ਼ ਟੂ ਰੀਸੈਟ ਆਲ ਦਿਸ ਥਿੰਕਿੰਗ ਐਂਡ ਜੇਕਰ ਇਮੀਗ੍ਰੈਂਟਸ ਨੂੰ ਇੱਥੇ ਲਿਆਉਣਾ ਹੈ, ਉਹਨਾਂ ਵਾਸਤੇ ਬੇਸਿਕ ਨੈਸੈਸਿਟੀਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਨੀਆਂ ਬਹੁਤ ਲਾਜ਼ਮੀ ਨੇ। ਜੀ ਹਰਪ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਬੇਸਮੈਂਟ ਦੇ ਵਿੱਚ ਇੱਕ ਰੂਮ ਦੇ ਵਿੱਚ 4-4 6-6 ਲੋਕ ਰਹਿ ਰਹੇ ਨੇ, ਮੈਨੂੰ ਇਹ ਲੱਗਦਾ ਹੈ ਕਿ ਰਹਿਣਾ ਚਲੋ ਕੋਈ ਗਲਤ ਨਹੀਂ ਹੈ ਜੇ ਉਹ ਲੀਗਲ ਹੈਗੀ ਹੈ, ਪਰ ਕੀ ਉਹ ਇਨਫਰਾਸਟ੍ਰਕਚਰ ਕੈਨੇਡੀਅਨ ਇਨਫਰਾਸਟ੍ਰਕਚਰ ਉਹਨਾਂ ਬਣਿਆ ਸੀਗਾ ਜਿੱਥੇ ਇੱਕ ਘਰ ਦੇ ਵਿੱਚ ਉਹ ਐਕਸਪੈਕਟ ਕਰ ਸਕਦੇ ਨੇ ਕਿ ਜੀ 4 ਲੋਕ ਹੀ ਰਹਿਣਗੇ ਜਾਂ 6 ਲੋਕ ਰਹਿਣਗੇ। ਉੱਥੇ ਜਦੋਂ 15-15 ਲੋਕ ਰਹਿ ਰਹੇ ਨੇ, ਕਾਰਾਂ ਉਹਨਾਂ ਦੀਆਂ, ਪਾਰਕਿੰਗ ਉਹਨਾਂ ਦੀ, ਸੜਕਾਂ ਘਿਰ ਜਾਂਦੀਆਂ ਨੇ, ਔਰ ਜਿਹੜਾ ਸੀਵੇਜ ਸਿਸਟਮ ਹੈ, ਵਾਟਰ ਸਪਲਾਈ ਸਿਸਟਮ ਹੈ, ਇਲੈਕਟ੍ਰਿਸਿਟੀ ਦਾ ਸਿਸਟਮ ਹੈ, ਉਹ ਮੈਨੂੰ ਲੱਗਦਾ ਹੈ ਕਿ ਇਨਫਰਾਸਟ੍ਰਕਚਰ ਦੇ ਅਕੋਰਡਿੰਗਲੀ ਬਣਾਇਆ ਜਾਂਦਾ ਹੈ। ਪਰ ਜਦੋਂ ਜਿੱਥੇ 4 ਬੰਦੇ ਨੇ ਜੀ, ਉੱਥੇ ਤੁਸੀਂ 10 ਦਾ ਬੋਝ ਪਾਉਂਗੇ ਤਾਂ ਉਹ ਹੌਲੀ-ਹੌਲੀ ਸਾਰੇ ਹਾਲਾਤ ਦਿਨ ਬ ਦਿਨ ਬੱਤਰ ਹੁੰਦੇ ਜਾਣਗੇ ਜੀ। ਦੇयर ਇਜ਼ ਨੋ ਡਾਊਟ ਅਬਾਊਟ ਇਟ ਜੀ। ਬਹੁਤ ਸੋਹਣਾ ਪੁਆਇੰਟ ਤੁਸੀਂ ਰੇਜ਼ ਕੀਤਾ ਹੈਗਾ, ਕਿਉਂਕਿ ਜਿਹੜਾ ਇਨਫਰਾਸਟ੍ਰਕਚਰ, ਜਿਸ ਤਰ੍ਹਾਂ ਅਸੀਂ ਰੈਜ਼ੀਡੈਂਸ਼ੀਅਲ ਦੀ ਗੱਲ ਕਰ ਲਈ, ਜਿੱਥੇ ਇੱਕ ਰੂਮ ਦੇ ਵਿੱਚ ਜਿੱਥੇ ਇੱਕ ਵਿਅਕਤੀ ਨੇ ਰਹਿਣਾ ਸੀ, ਉੱਥੇ 4-4 ਰਹਿ ਰਹੇ ਨੇ, ਉਹ ਸ਼ਿਫਟਾਂ ਦੇ ਵਿੱਚ ਰਹਿ ਰਹੇ ਨੇ। ਉਸ ਦੇ ਨਾਲ ਹੀ ਕੰਜ਼ੰਪਸ਼ਨ ਜਿਹੜੀ ਹੈਗੀ ਪਾਣੀ ਦੀ, ਹੀਟ ਦੀ, ਇਲੈਕਟ੍ਰਿਸਿਟੀ ਦੀ, ਉਹ ਵੱਧ ਰਹੀ ਹੈ। ਜਿਹੜੇ ਕੇਬਲਸ ਲਾਏ ਗਏ ਨੇ, ਹੀਟ ਜਿੰਨੀ ਲੋਡ ਹੁੰਦੀ ਹੈ ਉਸ ਹਿਸਾਬ ਨਾਲ ਲਾਏ ਗਏ ਨੇ, ਪਰ ਜਦੋਂ ਦਾ ਓਵਰ ਕੰਜ਼ਿਊਮ ਕੀਤਾ ਜਾਂਦਾ ਹੈ, ਕਈ ਐਸੀ ਰਿਪੋਰਟਸ ਆ ਰਹੀਆਂ ਜਿੱਥੇ ਘਰਾਂ ਨੂੰ ਅੱਗਾਂ ਵੀ ਲੱਗੀਆਂ ਹੈਗੀਆਂ ਨੇ ਐਂਡ ਉਹ ਇੰਸ਼ੋਰੈਂਸ ਨੇ ਕਵਰ ਨਹੀਂ ਕੀਤਾ, ਕਿਉਂਕਿ ਇਹ ਸਾਰੀ ਚੀਜ਼ਾਂ ਇਲੀਗਲ ਹੋ ਰਹੀਆਂ ਨੇ। ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਨੁਕਸਾਨ ਹੋਏਗਾ, ਕਿਉਂਕਿ ਜਿੱਥੇ ਬੱਚੇ ਆ ਰਹੇ ਨੇ ਉਹਨੂੰ ਰਹਿਣ ਦੀ ਜਗ੍ਹਾ ਚਾਹੀਦੀ ਹੈ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਲੇਕਿਨ ਜਿੱਥੇ ਇੱਕ ਵਿਅਕਤੀ ਨੇ ਰਹਿਣਾ ਉੱਥੇ 4-4 ਰਹਿਣਗੇ ਤਾਂ ਉਹ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਬੋਝ ਸਹਾਰ ਨਹੀਂ ਸਕੇਗਾ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹਾਊਸਿੰਗ ਇੰਡਸਟਰੀ ਵੀ ਜਿਹੜੀ ਕ੍ਰਾਈਸਿਸ ਹੈਗਾ, ਕਹਿੰਦੇ ਨੇ ਜੀ ਕਿ ਕਿਉਂਕਿ ਮਾਰਕੀਟ ਡਾਊਨ ਹੋਈ ਪਈ ਹੈ, ਇਸ ਕਰਕੇ ਹੁਣ ਘਰ ਜਿਹੜੇ ਨੇ ਉਹ ਸਸਤੇ ਹੋ ਜਾਣਗੇ। ਪਰ ਜੇਕਰ ਅਸੀਂ ਅੱਜ ਵੀ ਦੇਖੀਏ, ਸਰਕਾਰ ਦੀਆਂ ਪਰਮਿਟ ਫੀਸ, ਸਰਕਾਰ ਵੱਲੋਂ ਜਿਹੜੀਆਂ ਇੱਕ ਡਿਵੈਲਪਰ ਨੂੰ ਜਾਂ ਬਿਲਡਰ ਨੂੰ ਕੋਈ ਫੈਸਿਲਿਟੀਜ਼ ਮਿਲਣੀਆਂ ਚਾਹੀਦੀਆਂ ਨੇ, ਉਹ ਬਿਲਕੁਲ ਬੰਦ ਹੋਈਆਂ ਪਈਆਂ ਨੇ। ਇਸ ਸਮੇਂ ਸਿਰਫ ਜਿਹੜੇ ਘਰ ਬਣ ਰਹੇ ਨੇ, ਲੋਕ ਆਪਣੇ ਬਣਾਉਣ ਵਾਸਤੇ, ਰਹਿਣ ਵਾਸਤੇ ਬਣਾ ਰਹੇ ਨੇ, ਜਦਕਿ ਜਿਹੜੇ ਬਿਲਡਰਸ ਤੇ ਡਿਵੈਲਪਰਸ ਨੇ ਉਹ ਰੁਕ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਰਕੀਟ ਸਸਟੇਨ ਨਹੀਂ ਕਰ ਸਕਦੇ ਉਹ। ਸੋ ਕੀਮਤਾਂ ਦੇ ਵਿੱਚ ਕਟੌਤੀ ਕੋਈ ਨਹੀਂ ਹੋਣੀ ਅਲਟੀਮੇਟਲੀ, ਕਿਉਂਕਿ ਜਦ ਤੱਕ ਪਿੱਛੋਂ ਜਿਹੜੀ ਸਰਕਾਰ ਦੀਆਂ ਕੋਈ ਪਾਲਿਸੀਜ਼ ਨੇ ਉਹਦੇ 'ਚ ਤਰਮੀਮ ਨਹੀਂ ਕੀਤੀ ਜਾਂਦੀ, ਮਾਰਕੀਟ ਇਜ਼ ਗੋਇੰਗ ਟੂ ਬੀ ਇਨ ਅ ਬਿਗ ਸ਼ੌਕ। ਐਂਡ ਇਹ ਇਲੀਗਲ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਇਸ ਦਾ ਨੁਕਸਾਨ ਸਾਨੂੰ ਸਾਰਿਆਂ ਨੂੰ ਹੀ, ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈਗਾ, ਜਿਹੜਾ ਕਿ ਅਸੀਂ ਭੁਗਤ ਵੀ ਰਹੇ ਹਾਂ। ਤੇ ਇਹ ਜੀ ਇੰਡੀਆ ਦੇ ਵਿੱਚ ਅਕਸਰ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਆੜਤੀ ਦੀ ਤੇ ਜੱਟ ਦੀ ਯਾਰੀ ਬੜੀ ਪੱਕੀ ਆ, ਬਾਣੀਏ ਦੀ ਤੇ ਜੱਟ ਦੀ ਆੜੀ ਬੜੀ ਪੱਕੀ ਹੁੰਦੀ ਆ। ਤੇ ਇੱਥੇ ਜਿਹੜਾ ਬਾਇਰ ਹੈ ਔਰ ਬਿਲਡਰ ਹੈ ਜੀ, ਉਹਨਾਂ ਦੀ ਜਿਹੜੀ ਆੜੀ ਸੀਗੀ ਉਹ ਬਹੁਤ ਟੁੱਟ ਰਹੀ ਹੈ। ਬੜਾ ਆਪਸ ਦੇ ਵਿੱਚ ਨਫ਼ਰਤ ਭਰੀਆਂ ਗੱਲਾਂ ਆ ਰਹੀਆਂ ਨੇ ਸਾਹਮਣੇ। ਬਾਇਰਸ ਆਪਣਾ ਇਨਫਲੂਐਂਸ ਕਰ ਰਹੇ ਨੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, YouTube ਤੇ, ਕਿ ਇਹਨਾਂ ਨੇ ਜੀ ਜਦੋਂ ਪ੍ਰੋਫਿਟ ਲੈਣਾ ਸੀ ਇਹਨਾਂ ਨੇ ਕਿਹੜਾ ਸ਼ੇਅਰ ਕਰਨਾ ਸੀਗਾ। ਤੇ ਦੂਜੇ ਪਾਸੇ ਜਿਹੜੇ ਬਾਇਰ ਨੇ, ਜਿਹੜੇ ਹੁਣ ਜਿਨ੍ਹਾਂ ਨੇ 4-4 ਘਰ ਬੁੱਕ ਕੀਤੇ ਹੋਏ ਸੀਗੇ, ਉਹ ਕਹਿ ਰਹੇ ਨੇ ਜੀ ਪ੍ਰਾਈਸਿਸ ਘਟਾਣੇ ਚਾਹੀਦੇ ਨੇ, ਰੇਟ ਵੱਧ ਗਏ ਨੇ। ਸੋ ਇੱਕ ਕਲੈਸ਼ ਵੀ ਸ਼ੁਰੂ ਹੋ ਚੁੱਕਿਆ ਹੈ ਪਬਲਿਕ ਦੇ ਵਿੱਚ। ਐਬਸੋਲੂਟਲੀ ਜੀ, ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਦੇਖੋ ਇੱਕ ਰੈਂਟਰ ਜਿਹੜਾ ਉਹ ਇਹ ਸਮਝਦਾ ਹੈ ਕਿ ਜਿਹੜਾ ਹੋਮ ਓਨਰ ਹੈ ਉਹ ਉਸ ਨੂੰ ਐਕਸਪਲੋਇਟ ਕਰ ਰਿਹਾ, ਜਦਕਿ ਇੱਕ ਹੋਮ ਓਨਰ ਉਹ ਕਹਿ ਰਿਹਾ ਕਿ ਜੀ ਜੇਕਰ ਮੈਂ ਇੰਨੇ ਪੈਸੇ ਨਹੀਂ ਲੈਂਦਾ ਤਾਂ ਮੈਨੂੰ ਕੋਈ ਫਾਇਦਾ ਨਹੀਂ ਉਹ ਬੰਦਾ ਰੱਖਣ ਦਾ। ਹਾਲ ਹੀ ਵਿੱਚ ਇੱਕ ਪ੍ਰਸਤਾਵ ਆਇਆ, ਸਰੀ ਦਾ ਮੈਂ ਜ਼ਿਕਰ ਕਰਨਾ, ਕਿ ਇੱਥੇ 19.5% ਇਸ ਸਾਲ ਪ੍ਰੋਪਰਟੀ ਟੈਕਸਿਸ ਦੇ ਵਿੱਚ ਵਾਧਾ ਕਰਨ ਦੀ ਸਾਡੀ ਮਿਊਨਿਸਪਲ ਹਾਲ ਗੱਲ ਕਰ ਰਹੀ ਹੈ। ਵੈਂਕੂਵਰ ਦੇ ਵਿੱਚ ਇਹ 9.7% ਕਹਿ ਰਹੇ ਹੈਗੇ ਨੇ। ਹੁਣ ਜਿਹੜਾ ਵਾਧਾ ਹੈਗਾ, ਇਲੈਕਟ੍ਰਿਸਿਟੀ ਮਹਿੰਗੀ ਹੋ ਗਈ, ਹੀਟ ਮਹਿੰਗੀ ਹੋ ਗਈ, ਪਾਣੀ ਦਾ ਬਿੱਲ ਮਹਿੰਗਾ ਹੋ ਗਿਆ, ਤੁਹਾਡੀਆਂ ਸਰਵਿਸਿਜ਼ ਮਹਿੰਗੀਆਂ ਹੋ ਗਈਆਂ, ਤਾਂ ਜੇਕਰ ਕੋਈ ਵਿਅਕਤੀ ਕਿਸੇ ਨੂੰ ਕਿਰਾਏ ਤੇ ਰੱਖ ਰਿਹਾ, ਉਸਨੇ ਉਹ ਵੀ ਪੂਰੀਆਂ ਕਰਨੀਆਂ ਨੇ। ਨੋ ਡਾਊਟ ਜਿਹੜੇ ਟੈਨੈਂਟ ਕਹਿ ਰਹੇ ਨੇ ਜਦੋਂ ਮਾਰਕੀਟ ਹਾਈ ਹੋਈ ਸੀ ਤਾਂ ਸਾਨੂੰ ਥੋੜ੍ਹਾ ਪ੍ਰੋਫਿਟ ਮਿਲਣਾ ਸੀ, ਪਰ ਇਹ ਵੀ ਨਾ ਟੈਨੈਂਟ ਭੁੱਲਣ ਕਿ ਇੱਕ ਬੰਦਾ ਜਦੋਂ ਘਰ ਲੈ ਰਿਹਾ ਹੈ, ਅੱਜ ਕੋਈ ਘਰ ਵੀ ਜਿਹੜਾ ਤੁਸੀਂ ਲੈਣਾ ਹੈ ਉਹ 1.5-2 ਮਿਲੀਅਨ ਡਾਲਰ ਤੋਂ ਘੱਟ ਨਹੀਂ ਹੈਗਾ। ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਨੂੰ ਰੱਖ ਰਹੇ ਹੋ ਤੇ ਜੇ ਉਹ 2000 ਡਾਲਰ ਵੀ ਇੱਕ ਮਹੀਨੇ ਦਾ ਦੇ ਰਿਹਾ ਹੈ, ਤਾਂ ਤੁਸੀਂ ਵੈਲ ਇਮੈਜਿਨ ਕਰ ਲਓ, ਜਿਹੜੇ ਅਕਾਊਂਟੈਂਟਸ ਨੇ ਤੁਹਾਨੂੰ ਦੱਸ ਸਕਦੇ ਨੇ ਕਿ ਕਿੰਨੇ ਸਾਲਾਂ ਵਿੱਚ ਜਾ ਕੇ ਉਹਦੀ ਪੂਰਤੀ ਹੁੰਦੀ ਹੈ। ਉਸ ਦੇ ਵਿੱਚ ਪਾਣੀ ਦਾ ਬਿੱਲ ਵੀ ਜਾਣਾ ਹੈ, ਬਿਜਲੀ ਦਾ ਵੀ ਜਾਣਾ ਹੈ, ਬਾਕੀ ਸਭ ਕੁਝ ਖਰਚੇ ਵੀ ਹੋਣੇ ਨੇ, ਪ੍ਰੋਪਰਟੀ ਟੈਕਸਿਸ ਵੀ ਹੋਣੇ ਨੇ। ਸੋ ਇਹ ਕਲਾਸ ਵਾਰ ਜਿਹੜੀ ਹੈਗੀ ਜੀ, ਇਹ ਹੋਰ ਜ਼ਿਆਦਾ ਸਟਰੋਂਗ ਹੋਏਗੀ, ਕਿਉਂਕਿ ਘਰਾਂ ਦੀਆਂ ਕੀਮਤਾਂ
ਬਿਲਕੁਲ ਨਹੀਂ ਘਟਣ ਦੇ ਚਾਂਸਸ। ਹਾਂ, ਇਸ ਸਮੇਂ ਕਿਉਂਕਿ ਇੰਟਰਸਟ ਰੇਟ ਵਧੇ ਹੋਏ ਨੇ, ਇਸ ਕਰਕੇ ਮਾਰਕੀਟ ਰੁਕੀ ਪਈ ਹੈ। ਪਰ ਜਦ ਤੱਕ ਨਵੇਂ ਘਰ ਨਹੀਂ ਬਣਨਗੇ, ਕਿੱਥੇ ਅਕੋਮੋਡੇਟ ਕੀਤਾ ਜਾਏਗਾ ਜਿਹੜੇ ਨਵੇਂ ਆ ਰਹੇ ਨੇ ਲੋਕ ਇੱਥੇ, ਤੇ ਨਵੇਂ ਘਰ ਤਾਂ ਬਣ ਨਹੀਂ ਰਹੇ। ਸੋ ਪੁਰਾਣੇ ਘਰ ਹੀ ਜਿਹੜੇ ਹੈਗੇ ਨੇ ਉਹ ਜ਼ਿਆਦਾ, ਬਲਕਿ ਹੋਰ ਟੈਨੈਂਟਸ ਨੂੰ ਵੱਧ ਪੈਸੇ ਖਰਚ ਕੇ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਪੈਸੇ ਖਰਚਣੇ ਪੈਣਗੇ, ਕਿਉਂਕਿ ਸਪਲਾਈ ਤੇ ਡਿਮਾਂਡ ਦਾ ਜਿਹੜਾ ਸਿਲਸਿਲਾ ਹੈਗਾ ਹੈ, ਇਸ ਦੇ ਵਿੱਚ ਸਪਲਾਈ ਘੱਟ ਹੋਏਗੀ, ਡਿਮਾਂਡ ਜ਼ਿਆਦਾ ਹੋਏਗੀ, ਤਾਂ ਆਫ ਕੋਰਸ ਜਿਹੜਾ ਸਪਲਾਇਰ ਹੈਗਾ ਉਹ ਜੋ ਵੀ ਮੂੰਹ ਮੰਗਾ ਰੇਟ ਮੰਗੇਗਾ ਲੋਕਾਂ ਨੂੰ ਦੇਣਾ ਪਏਗਾ। ਸੋ ਅਗੇਨ ਇਹ ਬਹੁਤ ਵੱਡਾ ਇੱਕ ਕ੍ਰਾਈਸਿਸ ਹੈਗਾ ਜਿਸ ਉੱਤੇ ਸਰਕਾਰ ਅਜੇ ਮੈਂ ਕਹਿੰਦਾ ਸੁੱਤੀ ਪਈ ਹੈ। ਸਰਕਾਰ ਬੰਦੇ ਕਹਿੰਦੀ ਮੈਂ ਲਿਆਣੇ, ਪਰ ਲਿਆ ਕੇ ਉਹਨਾਂ ਨੂੰ ਸੈਟਲ ਕਿਵੇਂ ਕਰਨਾ ਹੈ ਇਸ ਬਾਰੇ ਕੋਈ ਨਾ ਪਲਾਨਸ ਅੱਗੇ ਆ ਰਹੇ ਨੇ, ਨਾ ਕੋਈ ਹੋਰ ਗੱਲ ਆ ਰਹੀ ਹੈ। ਮਿਊਨਿਸਪਲ ਗਵਰਨਮੈਂਟ ਜਿਹੜੀ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਗੱਲ ਸੁੱਟ ਦਿੰਦੀ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਫੈਡਰਲ ਗਵਰਨਮੈਂਟ ਤੇ ਸੁੱਟ ਦਿੰਦੀ ਹੈ। ਸੋ ਇਹ ਜਿਹੜਾ ਇੱਕ ਮੈਸ ਪਿਆ ਹੋਇਆ, ਇਸ ਵਿੱਚ ਆਮ ਜਨਤਾ ਜਿਹੜੀ ਹੈ ਉਹ ਪੀਸੀ ਜਾ ਰਹੀ ਹੈ ਜੀ। ਤੇ ਇੱਕ ਬੜਾ ਸਧਾਰਨ ਜਿਹਾ ਸਵਾਲ ਹੈ ਜੀ, ਹਰੇਕ ਮਨ ਦੇ ਵਿੱਚ ਆਉਂਦਾ ਹੈ, ਉਹ ਚਾਹੇ ਬ੍ਰੈਂਟਨ ਹੈ, ਚਾਹੇ ਮੈਨੀਟੋਬਾ ਹੈ, ਚਾਹੇ ਸਰੀ ਹੈ, ਕਿਸੇ ਪਾਸੇ ਵੀ ਇੱਕ ਸਵਾਲ ਆਉਂਦਾ ਹੈ ਕਿ ਫੋਰਨ ਇਨਵੈਸਟਮੈਂਟ ਬੰਦ ਕਰ ਦਿੱਤੀ ਗਈ ਹੈ ਜੀ ਹਾਊਸਿੰਗ ਦੇ ਵਿੱਚ, ਕਿ ਤੁਸੀਂ ਬਾਹਰੋਂ ਪੈਸਾ ਨਹੀਂ ਲਿਆ ਸਕਦੇ। ਮੈਂ ਇੱਕ ਡਾਟਾ ਪੜ੍ਹ ਰਿਹਾ ਸੀ ਆਰਪੀਜੀ, ਉਹਦੇ ਚ 1913 ਦੇ ਵਿੱਚ ਕਹਿੰਦੇ 4,09,000 ਬੰਦਾ ਆਇਆ ਸੀਗਾ ਐਜ਼ ਇਮੀਗ੍ਰੈਂਟ ਕੈਨੇਡਾ ਦੇ ਵਿੱਚ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਮਾਈਗ੍ਰੇਸ਼ਨ ਹੈ ਕੋਈ ਬਹੁਤ ਵੱਡਾ ਫਰਕ ਨਹੀਂ ਹੈਗਾ। ਬਟ ਮੈਨੂੰ ਲੱਗਦਾ ਉਦੋਂ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾਂਦਾ ਸੀਗਾ, ਫਿਰ ਬੁਲਾਇਆ ਜਾਂਦਾ ਸੀਗਾ, ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਪਤਨ ਆ ਚੁੱਕਿਆ ਹੈ ਜੀ ਇਸ ਵੇਲੇ। ਤੇ ਇੱਕ ਸਵਾਲ ਜਿਹੜਾ ਕਿ ਬਾਹਰੋਂ ਪੈਸਾ ਕਿਉਂ ਨਹੀਂ ਲਿਆਣ ਦੇ ਰਹੇ, ਉਹਦਾ ਸਪੀਕ ਜੇ ਆਪਾਂ 2 ਲਾਈਨਾਂ ਦੇ ਵਿੱਚ ਜਵਾਬ ਚਾਹੀਏ, ਕਿਉਂ, ਉਹਦਾ ਰੀਜ਼ਨ ਕੀ ਹੈ ਜੀ ਉਹਦਾ? ਜੀ ਸਰਕਾਰ ਦਾ ਇਹ ਕਹਿਣਾ ਹੈ ਜੀ ਕਿ ਫੋਰਨ ਇਨਵੈਸਟਮੈਂਟ ਨਾਲ ਘਰਾਂ ਦੀਆਂ ਕੀਮਤਾਂ ਮਹਿੰਗੀਆਂ ਹੋ ਰਹੀਆਂ ਨੇ, ਜਦਕਿ ਮੈਂ ਨਹੀਂ ਸਮਝਦਾ, ਕਿਉਂਕਿ ਜੇਕਰ ਆંકੜੇ ਦੇਖੀਏ ਤਾਂ ਸਿਰਫ 1.27% ਜਿਹੜਾ ਹੈਗਾ ਫੋਰਨ ਇਨਵੈਸਟਮੈਂਟ ਸਾਡੇ ਕੈਨੇਡਾ ਦੇ ਵਿੱਚ ਜਿਹੜੀ ਹੈ ਰੀਅਲ ਏਸਟੇਟ ਮਾਰਕੀਟ ਵਿੱਚ ਹੋਈ ਹੈਗੀ ਹੈ। ਕੀ ਜਦੋਂ ਸਰੀ ਦੇ ਵਿੱਚ ਜਾਂ ਬਰੈਂਪਟਨ ਦੇ ਵਿੱਚ ਘਰਾਂ ਦੀ ਬੋਲੀ ਹੋ ਰਹੀ ਸੀ, ਕਿੰਨੀ ਕੁ ਵਾਰੀ ਤੁਸੀਂ ਉੱਥੇ ਦੇਖਿਆ ਕਿ ਕੋਈ ਫੋਰਨ ਇਨਵੈਸਟਰ ਸੀ? ਉਹਦੇ ਸਾਡੇ ਹੀ ਲੋਕ ਹੁੰਦੇ ਸੀ ਜਿਹੜੇ ਇੱਕ ਦੂਸਰੇ ਨੂੰ ਆਊਟਬਿਡ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਸੀ। ਸੋ ਇਹ ਕਹਿ ਦੇਣਾ ਕਿ ਜੀ ਫੋਰਨ ਬਾਇਰ ਦੇ ਕਰਕੇ ਇਹ ਮਾਰਕੀਟ ਵਿੱਚ ਵਾਧਾ ਹੋਇਆ, ਮੈਂ ਇਸ ਨਾਲ ਬਿਲਕੁਲ ਮੰਨਦਾ ਨਹੀਂ ਹੈਗਾ, ਕਿਉਂਕਿ ਆંકੜੇ ਵੀ ਇਹ ਪ੍ਰੂਵ ਕਰਦੇ ਨੇ ਕਿ ਸਿਰਫ 1.27% ਜਿਹੜੀ ਹੈਗੀ ਸੀ ਉਹ ਇਨਵੈਸਟਮੈਂਟ ਇੱਥੇ ਹੋਈ ਹੈਗੀ ਹੈ। ਬਲਕਿ ਦੂਸਰੇ ਪਾਸੇ ਜਿਹੜੀ ਅਸੀਂ ਆਊਟਬਿਡਸ ਕੀਤੀਆਂ, ਇੱਕ ਦੌੜ 'ਚ ਪਏ, ਸਾਡੇ ਕੋਲ ਈਜ਼ੀ ਪੈਸਾ ਆ ਗਿਆ ਸੀ, ਅਸੀਂ ਚਾਹੁੰਦੇ ਸੀ ਉਸ ਨੂੰ ਇਨਵੈਸਟ ਕਰਨ ਲਈ, ਸੋ ਉਸ ਕਾਰਨ ਮਾਰਕੀਟ ਜਿਹੜੀ ਖਰਾਬ ਹੋਈ ਹੈ, ਨਾ ਕਿ ਸਿਰਫ ਫੋਰਨ ਬਾਇਰਸ ਕਰਕੇ। ਬਲਕਿ ਗੱਲ ਸੁਣੋ, ਕੈਨੇਡਾ ਨੂੰ ਜੇ ਤੁਸੀਂ ਵਿਕਾਸ ਕਰਨਾ ਹੈ ਇਸ ਦੇ ਵਿੱਚ ਤਾਂ ਤੁਹਾਨੂੰ ਪੈਸਿਆਂ ਦੀ ਲੋੜ ਹੈ। ਜੇਕਰ ਮੈਂ ਤੁਹਾਡੇ ਕੋਲ ਆ ਕੇ ਰਵਿੰਦਰ ਜੀ ਤੁਹਾਨੂੰ ਮੈਂ ਕੁਝ ਪੈਸੇ ਦੇਣਾ ਕਿ ਜੀ ਤੁਸੀਂ ਆਪਣੇ ਸਟੂਡੀਓ ਨੂੰ ਹੋਰ ਬੈਟਰ ਕਰ ਲਓ, ਇਸ ਦੇ ਵਿੱਚ ਹੋਰ ਨਵੀਆਂ ਚੀਜ਼ਾਂ ਤੁਸੀਂ ਐਡ ਕਰੋ, ਤਾਂ ਉਹ ਤਾਂ ਤੁਹਾਡੀ ਕੁਆਲਿਟੀ ਵੀ ਬੈਟਰ ਹੋਏਗੀ ਤੇ ਹੋਰ ਬੈਟਰ ਤੁਸੀਂ ਕੰਮ ਕਰ ਸਕੋਗੇ। ਪਰ ਸਰਕਾਰ ਨੇ ਤਾਂ ਕਹਿੰਦੇ ਨੇ ਜੀ ਕੱਟ ਦਿੱਤਾ ਪੈਸੇ ਆਉਣ ਦਾ ਜ਼ਰੀਆ ਹੀ, ਜਿਹੜੇ ਪੈਸੇ ਲਿਆਉਣਾ ਵੀ ਚਾਹੁੰਦੇ ਸੀ ਇੱਥੇ ਲੋਕ ਸਹੀ ਤਰੀਕੇ ਨਾਲ, ਉਹ ਹੁਣ ਲਿਆ ਨਹੀਂ ਸਕਣਗੇ ਤੇ ਨਾ ਹੀ ਤੇ ਕੋਈ ਪ੍ਰੋਪਰਟੀ ਬਾਏ ਕਰ ਸਕਣਗੇ। ਸੋ ਆਈ ਥਿੰਕ ਇਟਸ ਅ ਰੋਂਗ ਡਿਸੀਜਨ ਟੇਕਨ ਬਾय ਦ ਗਵਰਨਮੈਂਟ, ਐਂਡ ਸਰਕਾਰ ਨੂੰ ਇਸ ਉੱਤੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇਕਰ ਪੈਸੇ ਆ ਰਹੇ ਨੇ ਉਸ ਦਾ ਸਹੀ ਇਸਤੇਮਾਲ ਕੀਤਾ ਜਾਏ। ਤੁਸੀਂ ਦੇਖੋ ਜਦੋਂ ਰੀਅਲ ਏਸਟੇਟ ਮਾਰਕੀਟ ਗਰਮ ਹੈਗੀ ਸੀ ਤੇ ਕਿੰਨਾ ਪੈਸਾ ਰੈਵਨਿਊ ਜਿਹੜਾ ਸਰਕਾਰ ਨੂੰ ਪ੍ਰੋਪਰਟੀ ਟੈਕਸ ਦੇ ਰਾਹੀਂ, ਤੇ ਜਿਹੜੀ ਪ੍ਰੋਪਰਟੀ ਜਦੋਂ ਵਿਕਦੀ ਉਸ ਦਾ ਜਿਹੜਾ ਸਰਕਾਰ ਨੂੰ ਪੈਸਾ ਮਿਲਦਾ, ਬਿਲੀਅਨਸ ਆਫ ਡਾਲਰਸ, ਟ੍ਰਿਲੀਅਨਸ ਆਫ ਡਾਲਰਸ ਆਏ, ਉਹ ਪੈਸਾ ਕਿੱਥੇ ਗਿਆ? ਜੇਕਰ ਇੰਨਾ ਪੈਸਾ ਮਿਊਨਿਸਪਲ ਅਥਾਰਟੀਜ਼ ਕੋਲ ਹੈਗਾ ਸੀ ਤਾਂ ਕਿਉਂ ਜ਼ਰੂਰਤ ਪੈ ਰਹੀ ਹੈ ਅੱਜ ਕਿ 19.7% ਪ੍ਰੋਪਰਟੀ ਟੈਕਸ ਨੂੰ ਵਾਧੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਰੀ ਦੇ ਵਿੱਚ ਜਾਂ ਬਰੈਂਪਟਨ ਦੇ ਵਿੱਚ ਜਾਂ ਵੈਂਕੂਵਰ ਦੇ ਵਿੱਚ। ਸੋ ਮਿਸਮੈਨੇਜਮੈਂਟ ਜਿਹੜੀ ਹੈਗੀ ਇਹ ਬੰਦ ਹੋਣੀ ਚਾਹੀਦੀ ਹੈ, ਤਦ ਹੀ ਜਾ ਕੇ ਇਹ ਮੁਲਕ ਜਿਹੜਾ ਹੈ ਹੋਰ ਵਿਕਸਿਤ ਹੋ ਸਕਦਾ ਹੈ ਜੀ। ਤੇ ਇਹਦੇ ਨਾਲ ਹੀ ਹਰਪ੍ਰੀਤ ਜੀ ਸਵਾਲ ਜੁੜਿਆ ਹੋਇਆ ਆ ਕਿ ਜਦੋਂ ਅਸੀਂ ਬਾਹਰੋਂ ਪੈਸਾ ਨਹੀਂ ਲਿਆ ਸਕਦੇ, ਭਾਰਤ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਸੀਗਾ, ਖਾਸ ਕਰ ਪੰਜਾਬ ਦੇ ਵਿੱਚ ਵੀ, ਕਿ ਭਾਈ ਹੁਣ ਇੱਥੋਂ ਜ਼ਮੀਨਾਂ ਨਾ ਵੇਚ ਕੇ ਜਾਓ, ਤੇ ਕੈਨੇਡਾ ਦੇ ਵਿੱਚ ਇਨਫਲੇਸ਼ਨ ਸਟਾਰਟ ਹੋ ਰਹੀ ਹੈ, ਇੱਥੇ ਵਾਲੀਆਂ ਜ਼ਮੀਨਾਂ ਤੁਹਾਡੀਆਂ ਵਧਣਗੀਆਂ, ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਰੀਅਲ ਏਸਟੇਟ ਬਹੁਤ ਮਾੜੇ ਹਾਲਾਤ ਦੇ ਵਿੱਚ ਰਿਹਾ ਜੀ ਪਿਛਲੇ 15 ਸਾਲ। ਤੇ ਉੱਥੇ ਇਹ ਸੀਗਾ, ਮੈਨੂੰ ਲੱਗਦਾ ਦੋਨਾਂ ਲਈ ਵਿਨ ਵਿਨ ਸਿਚੁਏਸ਼ਨ ਹੈ। ਕੈਨੇਡਾ ਕਹਿ ਰਿਹਾ ਕਿ ਅਸੀਂ ਰੂਲ ਬਣਾਤਾ ਇੱਥੇ ਲੈ ਕੇ ਨਾ ਆਓ ਪੈਸਾ, ਉਹ ਕਹਿੰਦੇ ਭਾਈ ਤੁਸੀਂ ਲੈ ਕੇ ਨਹੀਂ ਜਾਣਾ, ਇੱਥੇ ਹੀ ਰੱਖ ਲਓ। ਸੋ ਇਹ ਦੋਨੋਂ ਪਾਸੇ ਵਿਨ ਵਿਨ ਸਿਚੁਏਸ਼ਨ ਲੱਗਦੀ ਹੈ ਜੀ। ਦੋਏ ਸਰਕਾਰਾਂ ਇਹ ਲੱਗਦਾ ਹੈ ਕਿ ਜਿੱਦਾਂ ਪਾਲਿਸੀਜ਼ ਇੱਕ ਦੂਜੇ ਦੇ ਉਲਟ ਨਹੀਂ ਚਾਹੁੰਦੀਆਂ, ਟਾਈਮ ਟੂ ਟਾਈਮ ਉਹ ਰਾਮ ਲਾ ਕੇ ਜੇ ਪਾਲਿਸੀਆਂ ਉਹਨਾਂ ਦੀਆਂ ਜਾਂ ਬਾਈ ਚਾਂਸ ਮਿਲਦੀਆਂ ਨੇ ਜਾਂ ਕਿੱਦਾਂ ਮਿਲਦੀਆਂ ਗੋਡ ਨੋਜ਼। ਤੇ ਇਹਦੇ ਨਾਲ ਹੀ ਜੀ ਆਪਾਂ ਇਹਦੇ ਨਾਲ ਰਵਿੰਦਰ ਜੀ ਇੱਕ ਚੀਜ਼ ਮੈਂ ਇੱਥੇ ਐਡ ਕਰਦਾ ਕਿ ਤੁਹਾਨੂੰ ਪਤਾ ਹੀ ਹੈ ਕਿ 1 ਜੁਲਾਈ ਤੋਂ ਇਸ ਸਾਲ ਤੋਂ ਭਾਰਤ ਤੋਂ ਜੇਕਰ ਤੁਸੀਂ ਪੈਸਾ ਇੱਥੇ ਲਿਆਉਣਾ ਹੈ ਤਾਂ 20% ਟੈਕਸ ਵੀ ਜਿਹੜਾ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਸਰਕਾਰ ਵੱਲੋਂ, ਕਿ ਪਹਿਲਾਂ ਇਹ ਨਹੀਂ ਸੀ, ਪਹਿਲਾਂ ਕੁਝ ਪਰਸੈਂਟੇਜ ਲੱਗਿਆ ਕਰਦਾ ਸੀ, ਤਕਰੀਬਨ 5 ਤੋਂ 7% ਸੀ, ਪਰ ਹੁਣ ਭਾਵੇਂ ਤੁਸੀਂ $1 ਵੀ ਜੇ ਲਿਆਉਣਾ ਉੱਥੋਂ, $1 ਵੀ ਲਿਆਉਣਾ ਮਾਫੀ ਚਾਹੁੰਦਾ, ਤਾਂ 20 ਪੈਸੇ ਤੁਹਾਨੂੰ ਟੈਕਸ ਵਿੱਚ ਘਟਾਉਣੇ ਪੈਣਗੇ। ਸੋ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਫ ਕੋਰਸ ਪੈਸੇ ਘਟਣੇ ਨੇ ਆਣੇ, ਇਹ ਬਾਕੀ ਚੈਨਲਸ ਰਾਹੀਂ, ਆਫੀਸ਼ੀਅਲ ਚੈਨਲਸ ਲਈ ਪੈਸੇ ਇੱਥੇ ਘੱਟ ਆਉਣਗੇ ਤੇ
ਦੂਸਰੇ ਚੈਨਲਸ ਰਾਹੀਂ ਜਿਹੜੇ ਨੇ ਉਹ ਪੈਸੇ ਤੇ ਆਣਗੇ ਐਂਡ ਉਹਦੇ ਨਾਲ ਫਰਦਰ ਮਾਰਕੀਟ ਜਿਹੜੀ ਖਰਾਬ ਹੋਏਗੀ, ਕਿਉਂਕਿ ਜਦੋਂ ਕੈਸ਼ ਆਂਦਾ ਹੈ ਤਾਂ ਉਸ ਨਾਲ ਅੰਡਰਗਰਾਊਂਡ ਇਕਨੋਮੀ ਜਿਹੜੀ ਹੈ ਉਹ ਹੋਰ ਸਟਰੋਂਗ ਹੁੰਦੀ ਹੈ ਤੇ ਉਸ ਦਾ ਬੈਨੀਫਿਟ ਕੁਝ ਲੋਕਾਂ ਨੂੰ ਮਿਲਦਾ ਹੈ, ਨਾ ਕਿ ਸਾਰੇ ਲੋਕਾਂ ਨੂੰ ਮਿਲਦਾ ਹੈ। ਜੀ ਬਿਲਕੁਲ, ਇਹਦੇ ਨਾਲ ਹੀ ਅਸੀਂ ਹੁਣ ਗੱਲ ਕਰ ਲਾਂਗੇ ਜੀ, ਜਿਹੜਾ ਟਰਕੀ ਦੇ ਵਿੱਚ ਰੌਲਾ ਪਿਆ ਹੋਇਆ ਹੈ ਉਹਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਦਿਓ, ਤੇ ਇਸ ਤੋਂ ਬਾਅਦ ਅਸੀਂ ਇੱਕ ਅੱਧਾ ਟੌਪਿਕ ਹੋਰ ਛੇੜ ਕੇ ਅਸੀਂ ਹਰੇਕ ਚੀਜ਼ ਦਾ ਸੋਲੂਸ਼ਨ ਸਟੀਕ ਦੇ ਵਿੱਚ ਤੁਹਾਨੂੰ ਪੁੱਛਾਂਗੇ। ਮਹਿੰਗਾਈ ਹੈ ਉਹਦਾ ਸੋਲੂਸ਼ਨ ਕੀ ਹੈ, ਇਮੀਗ੍ਰੇਸ਼ਨ ਸਟ੍ਰੈਸ ਹੈ ਉਹਦਾ ਸੋਲੂਸ਼ਨ ਕੀ ਹੈ, ਦੋ ਲਾਈਨਾਂ ਦੇ ਵਿੱਚ। ਤੇ ਪਰ ਟਰਕੀ ਬਾਰੇ ਅਸੀਂ ਟਰਕੀ ਤੇ ਸੀਰੀਆ ਵਿੱਚ ਰਵਿੰਦਰ ਜੀ ਜੋ ਹਾਦਸਾ ਵਾਪਰਿਆ, ਕੁਦਰਤੀ ਆਫਤ ਯਾਨੀ ਕਿ ਜਿਹੜਾ ਭੂਚਾਲ ਉੱਥੇ 7.8 ਤੀਬਰਤਾ ਦਾ ਆਇਆ, ਜਿਸ ਕਾਰਨ 47,000 ਤੋਂ ਵੱਧ ਲੋਕ ਜਾਨਾਂ ਜਿਹੜੀਆਂ ਨੇ ਗਵਾ ਚੁੱਕੇ ਨੇ। ਇਹ 6 ਫਰਵਰੀ ਨੂੰ ਇਹ ਹਾਦਸਾ ਉੱਥੇ ਹੋਇਆ ਸੀ ਤੇ ਉਸ ਤੋਂ ਬਾਅਦ 3-4 ਦਿਨ ਪਹਿਲਾਂ ਮੁੜ ਤੋਂ ਫਿਰ ਦੁਬਾਰਾ ਇੱਥੇ ਇੱਕ ਅਰਥਕੁਏਕ ਆਇਆ ਜਿਹੜੀ ਕਿ ਤੀਬਰਤਾ 6 ਪੁਆਇੰਟ ਕੁਝ ਹੈਗੀ ਸੀ। ਸੋ ਉਸ ਨਾਲ ਨੁਕਸਾਨ ਉੱਥੇ ਹੋਇਆ। ਐਕਚੁਅਲੀ ਟਰਕੀ ਤੇ ਸੀਰੀਆ ਕੀ ਹੈਗਾ ਕਿ ਧਰਤੀ ਦੀ ਜਦੋਂ ਅਸੀਂ ਗੱਲ ਕਰਨੇ ਦੀ, ਧਰਤੀ ਖਲੋਤੀ ਹੋਈ ਹੈ ਟੈਕਟੋਨਿਕ ਪਲੇਟਸ ਦੇ ਸਹਾਰੇ ਦੇ ਉੱਤੇ। ਜਿਹੜਾ ਸੀਰੀਆ ਤੇ ਟਰਕੀ ਦਾ ਇਲਾਕਾ ਹੈਗਾ, ਇੱਥੇ 3 ਟੈਕਟੋਨਿਕ ਪਲੇਟਸ ਜਿਹੜੀਆਂ ਹੈਗੀਆਂ ਨੇ ਉਹ ਇੱਕ ਦੂਸਰੇ ਨਾਲ ਜੁੜਦੀਆਂ ਹੈਗੀਆਂ ਨੇ। ਧਰਤੀ ਦੇ ਹੇਠਾਂ ਨਾ ਮੂਵਮੈਂਟ ਹੁੰਦੀ ਰਹਿੰਦੀ ਹੈ, ਹਰ ਸਮੇਂ ਅਰਥਕੁਏਕਸ ਹੁੰਦੇ ਰਹਿੰਦੇ ਨੇ, ਕਿਉਂਕਿ ਜਦੋਂ ਅਰਥ ਦੀ ਮੂਵਮੈਂਟ ਹੁੰਦੀ ਹੈ ਤੇ ਜਿਹੜੀਆਂ ਟੈਕਟੋਨਿਕ ਪਲੇਟਸ ਨੇ ਫਿਕਸ ਹੋਣ ਦੀਆਂ ਕੋਸ਼ਿਸ਼ ਕਰਦੀਆਂ ਨੇ। ਜਦੋਂ ਜ਼ਿਆਦਾ ਹਿਲਜੁਲ ਹੁੰਦੀ ਹੈ ਤਾਂ ਉਸ ਨਾਲ ਇਹ ਅਰਥਕੁਏਕਸ ਆਉਂਦੇ ਹੈਗੇ ਨੇ। ਸੋ ਇਹ ਤਾਂ ਜੀ ਕੁਦਰਤੀ ਇੱਕ ਜਿਹੜਾ ਸਿਲਸਿਲਾ ਬਣਿਆ ਚੱਲਦਾ ਰਹੇਗਾ, ਪਰ ਇਹ ਬੜੀ ਅਫਸੋਸਨਾਕ ਗੱਲ ਹੈਗੀ ਕਿ ਉੱਥੇ ਇੰਨੇ ਸਾਰੇ ਲੋਕਾਂ ਨੇ ਜਾਨਾਂ ਗਵਾਈਆਂ। ਪਰ ਅਨਫੋਰਚੂਨੇਟਲੀ ਵੈਸਟ ਕੋਸਟ 'ਤੇ ਜਿੱਥੇ ਅਸੀਂ ਬੈਠੇ ਹਾਂ, ਇਹ ਕੈਲੀਫੋਰਨੀਆ ਕੋਸਟ ਜਿਹੜਾ ਹੈਗਾ ਇੱਥੇ ਵੀ ਕਿਸੇ ਵੀ ਸਮੇਂ ਭੂਚਾਲ ਆ ਸਕਦਾ, ਭਾਵੇਂ ਹੁਣ ਆ ਜਾਏ, ਕੱਲ੍ਹ ਆ ਜਾਏ, 10 ਸਾਲਾਂ ਨੂੰ ਆਏ ਜਾਂ 100 ਸਾਲਾਂ ਨੂੰ ਆਏ। ਬੜਾ ਵੱਡਾ ਹੀ ਤੀਬਰਤਾ ਦਾ ਅਰਥਕੁਏਕ ਇੱਥੇ ਆ ਸਕਦਾ ਹੈ, ਕਿਉਂਕਿ ਇੱਥੇ ਵੀ ਜਿਹੜੀਆਂ ਟੈਕਟੋਨਿਕ ਪਲੇਟਸ ਹੈਗੀਆਂ ਨੇ ਉਹ ਵੀ ਸਥਿਰ ਨਹੀਂ ਹੈਗੀਆਂ। ਸੋ ਜਦੋਂ ਟੈਕਟੋਨਿਕ ਪਲੇਟਸ ਸਥਿਰ ਨਹੀਂ ਹੁੰਦੀਆਂ ਤਾਂ ਉਹਦੇ ਨਾਲ ਹਲਚਲ ਜਿਹੜੀ ਹੈ ਉਹ ਮੂਵਮੈਂਟ ਜ਼ਿਆਦਾ ਹੋ ਜਾਂਦੀ ਹੈ, ਜਿਸ ਦਾ ਕਿ ਨੁਕਸਾਨ ਹੁੰਦਾ ਹੈ। ਸੋ ਅਸੀਂ ਜ਼ਰੂਰ ਤਿਆਰ ਰਹੀਏ। ਕੈਨੇਡਾ ਵਿੱਚ ਵੀ ਜਿਹੜਾ ਅਸੀਂ ਵੈਸਟ ਕੋਸਟ 'ਤੇ ਜ਼ਿਆਦਾ ਰਹਿੰਦੇ ਹਾਂ, ਐਂਡ ਆਫ ਕੋਰਸ ਈਸਟ ਕੋਸਟ ਵੀ ਬਚਿਆ ਨਹੀਂ ਹੋਇਆ, ਬਟ ਵੈਸਟ ਕੋਸਟ ਇਜ਼ ਮੋਸਟ ਪ੍ਰੋਨ ਟੂ ਅਰਥਕੁਏਕਸ ਬਿਕੋਜ਼ ਇੱਥੋਂ ਦੀਆਂ ਟੈਕਟੋਨਿਕ ਪਲੇਟਸ ਵਿੱਚ ਹਲਚਲ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰਸ। ਸੋ ਇਸ ਕਰਕੇ ਮੈਂ ਸਮਝਣਾ ਕਿ ਇਹ ਕੁਦਰਤੀ ਆਫਤ ਕਦੀ ਵੀ ਆ ਸਕਦੀ ਹੈ, ਸਾਨੂੰ ਹਮੇਸ਼ਾ ਹੀ ਤਿਆਰ ਰਹਿਣਾ ਚਾਹੀਦਾ ਹੈ। ਅਤੇ ਇਸ ਤੋਂ ਇੱਕ ਸਬਕ ਜ਼ਰੂਰ ਸਿੱਖਣਾ ਚਾਹੀਦਾ ਜੀ ਰਵਿੰਦਰ ਜੀ, ਉਹ ਮੈਂ ਸ਼ੇਅਰ ਕਰਨਾ ਚਾਹਾਂਗਾ ਕਿ ਇਨਸਾਨ ਨਾ ਭੁੱਲ ਜਾਂਦਾ ਹੈ ਆਪਣੀ ਔਕਾਤ ਨੂੰ ਕਈ ਵਾਰੀ। ਇੱਕ ਸੋਸ਼ਲ ਮੀਡੀਆ 'ਤੇ ਬੜੀ ਸੋਹਣੀ ਪਿਕਚਰ ਇੱਕ ਵਾਇਰਲ ਹੋਈ ਹੈ, ਜਿਸ ਦੇ ਵਿੱਚ ਕਿ ਦਿਖਾਇਆ ਇੱਕ ਟੈਂਟ ਲੱਗਾ ਹੋਇਆ ਹੈ ਅਤੇ ਉਸ ਦੇ ਵਿੱਚ ਇੱਕ ਟੈਨੈਂਟ ਜਿਹੜਾ ਉਹ ਰਹਿ ਰਿਹਾ ਹੈਗਾ। ਉਹ ਟੈਨੈਂਟ ਕਹਿੰਦਾ ਹੈ ਕਿ ਜੀ ਮੈਂ ਆਪਣੇ ਮਕਾਨ ਮਾਲਕ ਨੂੰ ਇਹ ਜਿਹੜਾ 6 ਫਰਵਰੀ ਨੂੰ ਟਰਕੀ ਦੇ ਵਿੱਚ ਭੂਚਾਲ ਆਇਆ, ਉਹ ਮੇਰੇ ਤੋਂ ਪੈਸੇ ਵੱਧ ਮੰਗ ਰਿਹਾ ਸੀ ਕਿ ਵਧਾ ਤੂੰ, ਅਤੇ ਮੈਂ ਉਹਨੂੰ ਕਿਹਾ ਕਿ ਮੇਰੇ ਕੋਲ ਬਹੁਤਾ ਕੰਮ ਨਹੀਂ ਹੈਗਾ, ਪਰ ਉਹ ਮੰਨ ਨਹੀਂ ਰਿਹਾ ਸੀ। ਲੇਕਿਨ ਉਸੇ ਹੀ ਰਾਤ ਨੂੰ ਜਦੋਂ ਇਹ ਭੂਚਾਲ ਆ ਗਿਆ ਤਾਂ ਇਸ ਬੰਦੇ ਦੇ 5 ਮਕਾਨ ਸੀ ਕਿ ਜਿਹੜੇ ਕਿ ਢਹਿ ਢੇਰੀ ਹੋ ਗਏ। ਤਾਂ ਉਸਨੇ ਉਹ ਦਿਖਾਇਆ ਕਿ ਜੀ ਉਸ ਟੈਂਟ ਦੇ ਵਿੱਚ ਹੀ ਉਹਨੂੰ ਮਕਾਨ ਮਾਲਕ ਵੀ ਰਹਿ ਰਿਹਾ ਅਤੇ ਨਾਲ ਉਹ ਟੈਨੈਂਟ ਵੀ ਰਹਿ ਰਿਹਾ। ਸੋ ਰੱਬ ਦੇ ਜਿਹੜੇ ਕ੍ਰਿਸ਼ਮੇ ਨੇ ਜੀ ਕੋਈ ਨਹੀਂ ਜਾਣਦਾ। ਕਦੀ ਵੀ ਅਸੀਂ ਨਾ ਭੁੱਲੀਏ ਇਨਸਾਨੀਅਤ ਨੂੰ, ਇੱਕ ਦੂਸਰੇ ਦੀ ਮਦਦ ਕਰੀਏ, ਇੱਕ ਦੂਸਰੇ ਦਾ ਸਹਾਰਾ ਬਣੀਏ, ਕਿਉਂਕਿ ਵਕਤ ਜਿਹੜਾ ਜੀ ਉਹ ਇਨਸਾਨ ਨੂੰ, ਅਮੀਰ ਨੂੰ ਗਰੀਬ ਬਣਾ ਸਕਦਾ ਅਤੇ ਗਰੀਬ ਨੂੰ ਅਮੀਰ ਬਣਾ ਸਕਦਾ ਕਿਸੇ ਵੀ ਵਕਤ। ਸੋ ਇਹ ਪੱਲੇ ਬਣ ਲਈਏ ਕਿ ਇਨਸਾਨ ਨੂੰ ਕਦੀ ਅਸੀਂ ਐਕਸਪਲੋਇਟ ਨਾ ਕਰੀਏ, ਜਿੱਥੇ ਕਿਤੇ ਵੀ ਕਿਸੇ ਦੀ ਮਦਦ ਹੋ ਸਕੇ ਉਹ ਜ਼ਰੂਰ ਕਰੀਏ। ਜੀ ਬਿਲਕੁਲ, ਇਹ ਬਹੁਤ ਅੱਛਾ ਸੰਦੇਸ਼ ਹੈ ਔਰ ਇਹ ਸੰਦੇਸ਼ ਹਰ ਪ੍ਰਾਣੀ ਦੇ ਮਨ ਨੂੰ ਟੁੰਬਣਾ ਵੀ ਚਾਹੀਦਾ ਔਰ ਲੱਗਣਾ ਵੀ ਚਾਹੀਦਾ ਹੈ। ਜੇ ਅਸੀਂ ਇਸ ਚੀਜ਼ ਵੱਲ ਆ ਗਏ ਤਾਂ ਸ਼ਾਇਦ ਇਹ ਕਾਇਨਾਤ ਹੀ ਬਦਲ ਜਾਊਗੀ, ਇਹ ਕੰਟਰੀ ਵੀ ਬਦਲ ਜਾਊਗਾ ਜੀ। ਹੋਰ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ ਕਿ ਲੈਗ ਪੁਲਿੰਗ ਹੈ ਜੀ, ਸਾਡੇ ਆਪਣੇ ਬੰਦੇ ਹੀ ਸਾਨੂੰ ਐਕਸਪਲੋਇਟ ਕਰਦੇ ਨੇ, ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕੀਤੀਆਂ ਨੇ ਕਿ ਕਈ ਸਟੂਡੈਂਟਸ ਮੈਂ ਦੇਖੇ ਨੇ ਜੀ, ਉਹਨਾਂ ਨੂੰ ਘੱਟ ਵੇਜਸ ਦੇ ਉੱਤੇ ਕੰਮ ਕਰਨਾ ਪੈਂਦਾ ਹੈ ਕਿ ਜੀ ਇੰਨੇ ਕੈਸ਼ 'ਤੇ ਕਰ ਲਓ, ਇੰਨੇ ਉਹਦੇ 'ਤੇ ਕਰ ਲਓ। ਤੇ ਕਈ ਸਟੂਡੈਂਟਸ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਹਲਚਲ ਮਚਾਈ ਹੋਈ ਹੈ ਜੀ। ਉਹ ਇੱਥੇ ਆਉਂਦੀਆਂ ਹੀ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦੇ ਨੇ, ਘਰਦਿਆਂ ਤੋਂ ਪੈਸੇ ਮੰਗਵਾਉਂਦੇ ਨੇ ਤੇ ਉਸ ਤੋਂ ਬਾਅਦ ਗਲਤ ਤਰੀਕੇ ਨਾਲ ਪੈਸੇ ਕਮਾਉਣ ਦੀ ਰੀਤ ਦੇ ਵਿੱਚ ਉਹ ਜੁੜ ਜਾਂਦੇ ਨੇ। ਸੋ ਸਾਨੂੰ ਸਾਰਿਆਂ ਨੂੰ ਉਹਨਾਂ ਨੂੰ ਸਮਝਾਉਣਾ ਵੀ ਚਾਹੀਦਾ ਜੀ, ਇਹਨਾਂ ਚੀਜ਼ਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਜਦੋਂ ਸਾਇੰਸ ਦੀ ਗੱਲ ਆਈ ਹੈ ਹਰਪ੍ਰੀਤ ਜੀ, ਤਾਂ ਉਦੋਂ ਮੇਰੇ ਇੱਕ ਦੋਸਤ ਨੇ 2-3 ਦਿਨ ਪਹਿਲਾਂ ਇੱਕ ਵੀਡੀਓ ਭੇਜਿਆ ਮੈਨੂੰ ਬਣਾ ਕੇ ਆਪ। ਉਹ ਮਨਦੀਪ ਗੌੜ ਹੈ ਜੀ ਲੜਕਾ, 14 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਸੀਗਾ। ਇਨਫੈਕਟ ਜਦੋਂ 12ਵੀਂ ਕਲਾਸ 'ਚ ਹੁੰਦਾ ਸੀਗਾ ਉਹਦੇ ਤੇ ਕਤਲ ਦਾ ਇਲਜ਼ਾਮ ਲੱਗਿਆ ਤੇ ਉਹਨੂੰ ਉਮਰ ਕੈਦ ਹੋ ਗਈ ਸੀਗੀ, ਤੇ ਉਹ ਜੇਲ੍ਹ ਦੇ ਵਿੱਚ ਉਹਨੇ ਬੈਠ ਕੇ PhD ਤੱਕ ਕੀਤੀ ਸੀ ਤੇ ਹੁਣ ਉਹ ਲੈਕਚਰਰ ਹੈ ਯੂਨੀਵਰਸਿਟੀ ਦੇ ਵਿੱਚ। ਉਹਨਾਂ ਨੇ ਇੱਕ ਵੀਡੀਓ ਭੇਜਿਆ ਹਰਪ੍ਰੀਤ ਜੀ, ਉਹ ਵੀਡੀਓ ਦੇ ਵਿੱਚ ਕੀ ਸੀ, ਜਿਹੜੇ ਫਲਾਈਂਗ ਆਬਜੈਕਟਸ ਦਾ ਰੌਲਾ ਪਿਆ ਹੈਗਾ ਸਾਡਾ ਕੈਨੇਡਾ ਔਰ ਅਮਰੀਕਾ ਬਾਰਡਰ ਦਾ। ਉਹ ਕਹਿੰਦਾ ਜੀ ਇਹ ਫਲਾਈਂਗ ਆਬਜੈਕਟਸ ਕੁਝ ਨਹੀਂ ਹੁੰਦੇ। ਉਹਨੇ ਇੱਕ ਸਪਰਿੰਗ ਲਾਇਆ, ਪੈਨ ਦੇ ਵਿੱਚ ਪਾ ਕੇ ਇੱਕ ਆਬਜੈਕਟ ਨੂੰ ਦੱਸਿਆ, ਕਹਿੰਦਾ ਜੀ ਇਹ ਚੀਜ਼ ਹੈਗੀ ਹੈ ਵੈਨ ਦੇ ਡਿਵੈਲਪ ਸਮਥਿੰਗ ਅਨਐਥੀਕਲ, ਤੇ ਉਹ ਅਸਮਾਨ ਦੇ ਵਿੱਚ ਉੱਡਦਾ, ਦੈਟ ਇਜ਼ ਆਲ ਫਲਾਈਂਗ ਆਬਜੈਕਟਸ ਇਦਾਂ ਬਣ ਸਕਦੇ ਨੇ ਕਹਿੰਦਾ ਉਹ।
ਸੋ ਫਲਾਈਂਗ ਆਬਜੈਕਟਸ ਦਾ ਕੀ ਰੌਲਾ ਹੈ ਜੀ? ਇਹ ਵੀ ਸਾਡੇ ਆਮ ਦੇਸੀ ਬੰਦਿਆਂ ਨੂੰ ਦੇਸੀ ਭਾਸ਼ਾ ਜ਼ਰੂਰ ਦੱਸੋ। ਜੀ ਜੀ ਬਿਲਕੁਲ ਜੀ, ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਅਮਰੀਕਾ ਤੇ ਕੈਨੇਡਾ ਵਿੱਚ ਤਰਥੱਲੀ ਮਚ ਗਈ, ਜਿੱਥੇ ਕਿ ਕਿਹਾ ਗਿਆ ਕਿ ਚਾਈਨਾ ਵੱਲੋਂ ਸਰਵੇਲੈਂਸ ਲਈ ਇਹ ਫਲਾਈਂਗ ਆਬਜੈਕਟਸ ਭੇਜੇ ਗਏ ਨੇ। ਇਹਨਾਂ ਨੂੰ ਡੇਗ ਵੀ ਦਿੱਤਾ ਗਿਆ ਜੀ, ਅਲਾਸਕਾ ਦੇ ਉੱਤੇ ਵੀ ਹੋਇਆ, ਯੂਕੋਨ ਦੇ ਉੱਤੇ ਵੀ ਹੋਇਆ, ਤੇ ਉਸ ਤੋਂ ਬਾਅਦ ਅਮਰੀਕਾ ਦੇ ਵੀ ਕਈ ਸਟੇਟਸ ਦੇ ਵਿੱਚ ਇਹ ਹੋ ਚੁੱਕਿਆ ਹੈ। ਥੋੜ੍ਹਾ ਜਿਹਾ ਮੈਂ ਇਸ ਨੂੰ ਜੇਕਰ ਦੇਸੀ ਭਾਸ਼ਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇ ਇੱਕ ਬਲੂਨ ਹੈਗਾ ਜੀ, ਅਸੀਂ ਇੱਕ ਗੁਬਾਰਾ ਜਿਹੜਾ ਉਸ ਦੇ ਵਿੱਚ ਜਦੋਂ ਅਸੀਂ ਹੀਲੀਅਮ ਭਰਦੇ ਨੇ ਤਾਂ ਉੱਤੇ ਨੂੰ ਉੱਡ ਜਾਂਦਾ ਹੈ। ਸਿਮਿਲਰਲੀ ਅੱਜ ਕੱਲ੍ਹ ਬਹੁਤ ਸਾਰੇ ਐਕਸਪੈਰੀਮੈਂਟਸ ਜਿਹੜੇ ਨੇ ਉਹ ਕੀਤੇ ਜਾਂਦੇ ਹੈਗੇ ਨੇ ਕੰਟਰੀਜ਼ ਵੱਲੋਂ। ਮੈਂ ਇਸ ਗੱਲ ਦੀ ਦਲੀਲ ਜਿਹੜੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਜੀ ਇੱਥੇ ਸਰਵੇਲੈਂਸ ਕਰਨ ਲਈ ਇਹ ਬਲੂਨ ਭੇਜੇ ਗਏ ਸੀ, ਮੈਂ ਸਮਝਦਾ ਕਿ ਅੱਜ ਦੇ ਇਸ ਟੈਕਨੋਲੋਜੀਕਲ ਯੁੱਗ ਦੇ ਵਿੱਚ ਜਿੱਥੇ ਕਿ ਸਰਵੇਲੈਂਸ ਕੋਈ ਕਰਨੀ ਹੋਏ ਤਾਂ ਤੁਸੀਂ ਆਪਣੇ ਫੋਨ ਦੇ ਉੱਤੇ ਹੀ ਜੋ ਮਰਜ਼ੀ ਕਰ ਲਓ। ਜੇ ਅਸੀਂ ਕਰ ਸਕਦੇ ਤਾਂ ਸਰਕਾਰਾਂ ਤੱਕ ਕਿਸ ਲੈਵਲ ਤੱਕ ਜਾ ਸਕਦੀਆਂ ਨੇ, ਕਿਉਂਕਿ ਟੈਕਨੋਲੋਜੀ ਬਹੁਤ ਐਡਵਾਂਸਮੈਂਟ ਲੈ ਚੁੱਕੀ ਹੈ। ਤੇ ਇਹ ਕਹਿਣਾ ਕਿ ਜੀ ਉਹ ਬਲੂਨਸ ਇਸ ਕਰਕੇ ਭੇਜੇ ਗਏ ਸੀ ਜੀ ਉਹ ਇਲਾਕੇ ਦੀ ਰੇਖੀ ਕਰ ਰਹੇ ਸੀ, ਆਈ ਡੂ ਨਾਟ ਬਿਲੀਵ ਦਿਸ ਆਰਗੂਮੈਂਟ ਆਫ ਦ ਗਵਰਨਮੈਂਟ। ਮੇਰਾ ਇਹ ਸਮਝਣਾ ਹੈ ਕਿ ਇਹ ਬਲੂਨਸ ਜਿਹੜੇ ਸਨ ਇਹ ਜਿਸ ਤਰ੍ਹਾਂ ਚਾਈਨਾ ਨੇ ਵੀ ਭਾਵੇਂ ਭੇਜੇ ਉਹ ਇੱਕ ਕੋਈ ਮਟੀਰੀਓਲੋਜੀਕਲ ਜਿਹੜਾ ਕਿ ਅਸੀਂ ਵੈਦਰ ਦੇ ਨਾਲ ਰਿਲੇਟਡ ਚੀਜ਼ਾਂ ਨਾਲ ਜੁੜਿਆ ਹੋਇਆ ਸੀ। ਜੇਕਰ ਚਾਈਨਾ ਚਾਹੇ ਅਮਰੀਕਾ ਦੇ ਬਾਰੇ ਕੁਝ ਪਤਾ ਕਰਨ ਲਈ ਤਾਂ ਉਹ ਡਿਜੀਟਲੀ ਕੁਝ ਵੀ ਕਰ ਸਕਦੀ ਹੈ। ਉਹ ਇੰਨੇ ਬੇਵਕੂਫ ਨਹੀਂ ਹੋਣਗੇ ਕਿ ਉੱਥੇ ਗੁਬਾਰੇ ਭੇਜ ਕੇ ਸਰਵੇਲੈਂਸ ਕਰਨ। ਐਂਡ ਤੁਸੀਂ ਦੇਖਿਆ ਕਿ ਜਦੋਂ ਤੋਂ ਇਹ ਡੇਗੇ ਗਏ ਨੇ ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ, ਨਾ ਹੀ ਉਹਨਾਂ ਨੇ ਕੁਝ ਲੋਕਾਂ ਨੂੰ ਦਿਖਾਇਆ ਕਿ ਇਹਨਾਂ ਬਲੂਨਸ ਦੇ ਵਿੱਚ ਕੀ ਹੈਗਾ ਸੀ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਬੜੇ ਲੰਮੇ ਸਮੇਂ ਤੋਂ ਇਹ ਚੀਜ਼ਾਂ ਚੱਲਦੀਆਂ ਹੈਗੀਆਂ ਨੇ। ਐਂਡ ਵੈਦਰ ਦੇ ਨਾਲ ਹੋ ਸਕਦਾ ਹੈ ਕਿ ਇਹ ਬਲੂਨਸ ਆਪਣੀ ਜਿਹੜੀ ਨਿਰਧਾਰਿਤ ਇਹਨਾਂ ਦੀ ਥਾਂ ਸੀ ਉੱਥੋਂ ਇਹ ਸਾਈਡਲਾਈਨ ਹੋ ਗਏ ਹੋਣ। ਐਂਡ ਦੂਸਰੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਕੁਝ ਇਹਨਾਂ ਸਰਵੇਲੈਂਸ ਕੈਮਰਾਜ਼ ਵੀ ਲੱਗੇ ਹੋਣ, ਬਟ ਆਈ ਬਿਲੀਵ ਕਿ ਇਹ ਨਹੀਂ ਹੈਗਾ, ਕਿਉਂਕਿ ਜਿਹੜੀ ਸਰਵੇਲੈਂਸ ਉਹਨਾਂ ਨੇ ਕਰਨੀ ਹੈ ਉਹ ਕਿਸੇ ਹੋਰ ਤਰੀਕੇ ਨਾਲ ਵੀ ਕਰ ਸਕਦੇ ਨੇ। ਅੱਜ ਦੇ ਯੁੱਗ ਦੇ ਵਿੱਚ ਉਹ ਜ਼ਮਾਨਾ ਗਿਆ ਕਿ ਤੁਸੀਂ ਕਬੂਤਰ ਭੇਜ ਕੇ ਤੇ ਕੋਸ਼ਿਸ਼ ਕਰ ਰਹੇ ਹੋ ਕੁਝ ਇਨਫੋਰਮੇਸ਼ਨ ਲੈਣ ਦੀ। ਸੋ ਅੱਜ ਡਿਜੀਟਲ ਏਜ ਦੇ ਵਿੱਚ ਐਵਰੀਥਿੰਗ ਇਜ਼ ਪੋਸੀਬਲ ਐਟ ਦ ਟੱਚ ਆਫ ਦ ਬਟਨ। ਸੋ ਚਾਈਨੀਜ਼ ਗਵਰਨਮੈਂਟ ਤੇ ਆਲਰੇਡੀ ਜਿਹੜੀ ਹੈਗੀ ਹੈ ਜੀ, ਜਾਂ ਰਸ਼ੀਅਨ ਗਵਰਨਮੈਂਟ ਕਹਿੰਦੇ ਨੇ ਜੀ, ਬਹੁਤ ਜ਼ਿਆਦਾ ਐਡਵਾਂਸ ਹੈਗੀ ਹੈ। ਸਿਮਿਲਰਲੀ ਅਮਰੀਕਨਸ ਜਿਹੜੇ ਨੇ ਇਹ ਵੀ ਬਹੁਤ ਐਡਵਾਂਸ ਹੈਗੇ ਨੇ, ਬਲਕਿ ਜੇ ਮੈਂ ਕਹਾਂ ਕਿ ਦੁਨੀਆ ਹੀ ਬਹੁਤ ਐਡਵਾਂਸ ਹੋ ਚੁੱਕੀ ਹੈ ਅੱਜ, ਤਾਂ ਮੈਂ ਗਲਤ ਨਹੀਂ ਹੋਵਾਂਗਾ। ਮੈਂ ਇਸ ਚੀਜ਼ ਨਾਲ ਨਹੀਂ ਮੰਨਦਾ ਕਿ ਇਹ ਬਲੂਨਸ ਦਾ ਮਕਸਦ ਸਰਵੇਲੈਂਸ ਸੀ। ਇਹ ਬਲੂਨਸ ਵੈਸੇ ਹੀ ਜਿਹਨੂੰ ਕਹਿੰਦੇ ਜੀ ਸ਼ਾਇਦ ਇਹਨਾਂ ਵੱਲ ਉਡਾਏ ਗਏ, ਜਿਹੜੇ ਕਿ ਇੱਕ ਚਰਚਾ ਦਾ ਵਿਸ਼ਾ ਬਣ ਗਏ ਨੇ। ਤੇ ਅਮਰੀਕਾ ਦੇ ਕੋਲ ਚਾਈਨਾ ਨੂੰ ਡੀਗ੍ਰੇਡ ਕਰਨ ਵਾਸਤੇ ਸ਼ਾਇਦ ਕੋਈ ਹੋਰ ਕਾਰਨ ਨਹੀਂ ਸੀ, ਜਿਹੜਾ ਕਿ ਉਹਨਾਂ ਨੇ ਕਿਹਾ ਕਿ ਸਰਵੇਲੈਂਸ ਲਈ ਭੇਜੇ ਗਏ ਸੀ। ਆਈ ਡੂ ਨਾਟ ਬਿਲੀਵ ਦਿਸ ਥਿਓਰੀ ਜੀ। ਸੋ ਹਰਪ੍ਰੀਤ ਜੀ, ਪਹਿਲਾਂ ਮੈਂ ਇੱਕ ਸਟੇਟਮੈਂਟ ਜਿਹਦੇ ਵਿੱਚ ਨਾ ਕੁਝ ਏਜ ਮੈਂ ਗਲਤ ਦੱਸ ਗਿਆ ਸੀਗਾ। 2016 ਦੇ ਵਿੱਚ ਜਿਹੜੀ ਐਵਰੇਜ ਏਜ ਆ ਉਹ 64 ਤੋਂ 65 ਸਾਲ ਹੋ ਚੁੱਕੀ ਹੈ ਜੀ, ਮਾਫ ਕਰਿਓ ਮੈਂ 67 ਸਾਲ ਪਹਿਲਾਂ ਬੋਲਤਾ ਸੀਗਾ। ਤੇ ਹੁਣ ਅਖੀਰਲੇ 2-3 ਮਿੰਟ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਵਾਈਂਡ ਅਪ ਕਰਕੇ ਜੀ ਸੋਲਿਊਸ਼ਨਸ ਤੇ ਆਈਏ, ਕਿਉਂਕਿ ਪ੍ਰੋਬਲਮਸ ਹੈਗੀਆਂ ਨੇ, ਲੋਕਾਂ ਕੋਲੇ ਬਹੁਤ ਲਿਟਰੇਚਰ ਹੈ ਪੜ੍ਹਨ ਨੂੰ। ਸੋਲਿਊਸ਼ਨਸ ਹਰਪ੍ਰੀਤ ਜੀ, ਮਹਿੰਗਾਈ ਜੀ ਡੈਫੀਨਿਟਲੀ ਮਹਿੰਗਾਈ ਦਾ ਕਦੋਂ ਖਤਮ ਹੋਊਗੀ? ਵੈਲ ਸਰਕਾਰ ਕਹਿ ਰਹੀ ਹੈ ਜੀ ਇਸ ਸਾਲ ਦੇ ਅਖੀਰ ਤੱਕ ਇਨਫਲੇਸ਼ਨ ਘਟ ਜਾਏਗੀ। ਵੀ ਹੋਪ ਐਂਡ ਪ੍ਰੇ ਕਿ ਕੁਝ ਹੋ ਜਾਏ, ਲੇਕਿਨ ਇਨਫਲੇਸ਼ਨ ਤਦ ਤੱਕ ਨਹੀਂ ਰੁਕ ਸਕਦੀ ਜਦ ਤੱਕ ਸਟਰੋਂਗ ਪਾਲਿਸੀਜ਼ ਜਿਹੜੀਆਂ ਨੇ ਸਰਕਾਰ ਨਹੀਂ ਲੈ ਕੇ ਆਉਂਦੀ। ਜਿਹੜੇ ਹੋਲਡਰਸ ਨੇ ਜਾਂ ਜਿਹੜੇ ਲੋਕ ਇਨਫਲੇਟ ਕਰਕੇ ਚੀਜ਼ਾਂ ਨੂੰ ਵੇਚ ਰਹੇ ਨੇ ਉਹਨਾਂ 'ਤੇ ਕੋਈ ਰੈਗੂਲੇਸ਼ਨ ਨਹੀਂ ਲੱਗਦੀ। ਬਿਜ਼ਨਸ ਦੇ ਵਿੱਚ ਪ੍ਰੋਫਿਟ ਮੋਟਿਵ ਹੁੰਦਾ ਹੈ ਤੇ ਇੱਕ ਫ੍ਰੀ ਇਕੋਨਮੀ ਹੈ ਜਿਸ ਦੇ ਵਿੱਚ ਹਰ ਇੱਕ ਕੋਈ ਪੈਸੇ ਕਮਾਉਣਾ ਚਾਹੁੰਦਾ ਹੈ, ਪਰ ਜਦੋਂ ਹਾਲਾਤ ਠੀਕ ਨਾ ਹੋਣ ਤਾਂ ਉਸ ਉੱਤੇ ਸਰਕਾਰ ਵੱਲੋਂ ਕੋਈ ਨਾ ਕੋਈ ਰੈਗੂਲੇਸ਼ਨ ਜ਼ਰੂਰ ਲਿਆਉਣੀਆਂ ਪੈਣਗੀਆਂ। ਦੂਸਰੀ ਗੱਲ, ਅੰਤਰਰਾਸ਼ਟਰੀ ਪੱਧਰ 'ਤੇ ਅਸੀਂ ਦੇਖ ਰਹੇ ਹਾਂ ਕਿ ਮਹਿੰਗਾਈ ਹੋ ਰਹੀ ਹੈ, ਭਾਵੇਂ ਉਹ ਭਾਰਤ ਹੈ ਤੇ ਭਾਵੇਂ ਯੂਰਪ ਹੈ, ਭਾਵੇਂ ਅਮਰੀਕਾ ਤੇ ਭਾਵੇਂ ਕੈਨੇਡਾ ਹੈ। ਇਸ ਦਾ ਵੀ ਅਸਰ ਪੈ ਰਿਹਾ ਹੈ ਅੰਤਰਰਾਸ਼ਟਰੀ ਪੱਧਰ 'ਤੇ ਜੋ ਕੁਝ ਚੱਲ ਰਿਹਾ ਹੈ। ਬਟ ਸਰਕਾਰ ਦੀ ਪਾਲਿਸੀਜ਼ ਜਿਹੜੀਆਂ ਮੈਂ ਸਮਝਦਾ ਸਟਰੋਂਗ ਹੋਣੀਆਂ ਚਾਹੀਦੀਆਂ ਨੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ। ਇੰਟਰਸਟ ਰੇਟ ਵੀ ਕਹਿ ਰਹੇ ਨੇ ਜੀ ਕਿ ਹੁਣ ਤਕਰੀਬਨ ਇਸੀ ਦੇ ਗੇੜ ਵਿੱਚ ਹੀ ਰਹਿਣਗੇ। ਲੋਕ ਭੁੱਲ ਜਾਣ ਕਿ ਇੰਟਰਸਟ ਰੇਟਸ ਬਹੁਤ ਲੋ ਜਾਣਗੇ। ਹਾਂ, ਜੇ ਹੋਰ ਸਰਕਾਰ ਨਹੀਂ ਵਧਾਉਂਦੀ ਤਾਂ ਸ਼ਾਇਦ ਇਸੀ ਲੈਵਲ 'ਤੇ ਬਰਕਰਾਰ ਰੱਖੇਗੀ ਤਾਂ ਕਿ ਇਨਫਲੇਸ਼ਨ ਰੁਕੇ, ਕਿਉਂਕਿ ਇਨਫਲੇਸ਼ਨ ਨੂੰ ਰੋਕਣ ਵਾਸਤੇ ਸਭ ਤੋਂ ਵਧੀਆ ਦਰ ਹੁੰਦਾ ਹੈ ਕਿ ਜੀ ਰੇਟ ਆਫ ਇੰਟਰਸਟ ਵਧਾਈ ਜਾਓ, ਉਸ ਨਾਲ ਲੋਕ ਘੱਟ ਪੈਸਾ ਖਰਚਣਗੇ, ਉਹਨਾਂ ਕੋਲ ਡਿਸਪੋਜ਼ੇਬਲ ਇਨਕਮ ਜਿਹੜੀ ਘੱਟ ਜਾਏਗੀ। ਪਰ ਅਜੇ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ। ਲੈਟਸ ਹੋਪ ਗਵਰਨਮੈਂਟ ਜੋ ਕਹਿ ਰਹੀ ਹੈ ਇਹ ਹੋਏਗਾ। ਦੂਸਰੇ ਪਾਸੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ, ਇਸ ਦਾ ਸੋਲਿਊਸ਼ਨ ਇਹ ਹੈ ਕਿ ਸਰਕਾਰ ਸਿਰਫ ਬੰਦੇ ਇੱਥੇ ਡੰਪ ਹੀ ਨਾ ਕਰੇ, ਸਰਕਾਰ ਓਪਰਚੁਨਿਟੀਜ਼ ਵੀ ਕ੍ਰੀਏਟ ਕਰੇ। ਮੈਂ ਨਹੀਂ ਕਹਿੰਦਾ ਕਿ ਬੱਚੇ ਇੱਥੇ ਨਾ ਭੇਜੋ, ਪਰ ਨਾਲ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹ ਨਾ ਸਮਝੀਏ ਕਿ ਇੱਥੇ ਦਰਖਤਾਂ ਦੇ ਉੱਤੇ ਪੈਸੇ ਲੱਗੇ ਹੋਏ ਨੇ ਤੇ ਅਸੀਂ ਸਿਰਫ ਬੱਚਿਆਂ ਨੂੰ ਭੇਜ ਕੇ ਉਹ ਪੜ੍ਹ ਵੀ ਲੈਣ, ਕਮਾ ਵੀ ਲੈਣ, ਆਪਣੇ ਆਪ ਦਾ ਵੀ ਗੁਜ਼ਾਰਾ ਕਰਨ ਤੇ ਵਾਪਸ ਵੀ ਪੈਸੇ ਭੇਜਣ। ਬਹੁਤ ਸਾਰੀਆਂ ਓਪਰਚੁਨਿਟੀਜ਼ ਅੱਜ ਭਾਰਤ ਵਿੱਚ ਵੀ ਹੈਗੀਆਂ ਨੇ। ਇੱਥੇ ਆ ਕੇ ਬੱਚੇ ਜੋ ਕੁਝ ਕਰ ਰਹੇ ਨੇ ਤੁਸੀਂ ਰੋਜ਼ ਸੁਣਦੇ ਹੈਗੇ ਹੋ, ਮੈਨੂੰ ਦੱਸਣ ਦੀ ਲੋੜ ਨਹੀਂ, ਜੋ ਕਿ ਜਿਹੜੇ ਕੰਡੀਸ਼ਨ 'ਚ ਉਹ ਰਹਿ ਰਹੇ ਨੇ, ਜਿਹੜੇ ਕੰਡੀਸ਼ਨ 'ਚ ਉਹ ਲੰਘ ਰਹੇ ਹੈਗੇ ਨੇ। ਸੋ ਜੇਕਰ ਬੱਚਿਆਂ ਨੂੰ ਸਿਰਫ ਧਕੇਲਣਾ ਹੀ ਹੈ ਤੁਸੀਂ ਕਿ ਜੀ ਬਾਹਰਲੇ ਮੁਲਕ ਸਿਰਫ ਚਲੇ ਜਾਓ, ਨੋ ਡਾਊਟ ਇੱਥੋਂ ਦਾ ਸਿਸਟਮ ਬਹੁਤ ਵਧੀਆ ਹੈਗਾ।
ਲੇਕਿਨ ਸਿਸਟਮ ਤਦ ਹੀ ਠੀਕ ਰਹਿੰਦਾ ਹੈ ਜੇਕਰ ਉਹ ਲੂਪ ਹੋਲਸ ਦਾ ਮਿਸਯੂਜ਼ ਨਾ ਕੀਤਾ ਜਾਏ। ਪਰ ਅੱਜ ਅਸੀਂ ਕੋਈ ਕਸਰ ਨਹੀਂ ਛੱਡ ਰਹੇ, ਉਹ ਲੂਪ ਹੋਲਸ ਦਾ ਅਸੀਂ ਮਿਸਯੂਜ਼ ਕਰ ਰਹੇ ਹਾਂ। ਤੇ ਮੈਨੂੰ ਇਹ ਕਹਿਣ 'ਚ ਕੋਈ ਗਲਤ ਨਹੀਂ ਮੈਂ ਹੋਵਾਂਗਾ ਜੇ ਮੈਂ ਕਹਾਂ ਕਿ ਅਗਲੇ 10 ਸਾਲ ਜਿਹੜੇ ਨੇ ਉਹ ਕੈਨੇਡਾ ਬੜੇ ਕਰੂਸ਼ੀਅਲ ਨੇ। ਕਦੀ ਅਸੀਂ ਪਹਿਲਾਂ ਨਹੀਂ ਸੁਣਿਆ ਸੀ ਕਿ ਕਰਪਸ਼ਨ ਇੱਥੇ ਹੁੰਦੀ ਹੈ, ਲੇਕਿਨ ਅੱਜ ਕਈ ਤਰੀਕਿਆਂ ਦੇ ਨਾਲ ਇਹ ਚੀਜ਼ਾਂ ਸਾਨੂੰ ਨਜ਼ਰ ਆ ਰਹੀਆਂ ਨੇ। ਹਾਂ, ਬਿਜਲੀ ਪਾਣੀ ਦਾ ਬਿੱਲ ਦੇਣ ਦੇ ਵਿੱਚ ਤਾਂ ਸ਼ਾਇਦ ਸਾਨੂੰ ਕੋਈ ਸਮੱਸਿਆ ਨਹੀਂ ਆ ਰਹੀ, ਪਰ ਜੇਕਰ ਅਸੀਂ ਸਸਟੇਨ ਹੀ ਨਹੀਂ ਕਰ ਸਕ ਰਹੇ ਆਪਣੇ ਆਪ ਨੂੰ, ਜੇ $2,000-2,500 ਅਸੀਂ ਕਮਾ ਵੀ ਰਹੇ ਹਾਂ ਤੇ ਉਹ 'ਚੋਂ 1 ਸੈਂਟ ਵੀ ਨਹੀਂ ਬਚ ਰਿਹਾ। ਕਿਉਂਕਿ ਇੱਕ ਹੋਰ ਰਿਪੋਰਟ ਆਈ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਸਿਰਫ ਤਕਰੀਬਨ 50% ਤੋਂ ਅਬਵ ਲੋਕ ਨੇ ਕੈਨੇਡਾ ਦੇ ਵਿੱਚ, ਬਲਕਿ ਨਹੀਂ, ਆਮ ਸੌਰੀ, ਜ਼ਿਆਦਾ ਹੈਗੇ ਹੈ ਪਰਸੈਂਟੇਜ, ਇਟਸ ਮੋਰ ਦੈਨ 70 to 80% ਕਿ ਜਿਹੜੇ ਸਿਰਫ $200 ਸ਼ਾਰਟ ਨੇ ਆਫ ਇਨਸੋਲਵੈਂਸੀ, ਯਾਨੀ ਕਿ ਪੇ ਚੈੱਕ ਟੂ ਪੇ ਚੈੱਕ ਅਸੀਂ ਰਹਿ ਰਹੇ ਹੈਗੇ ਹਾਂ। ਤੇ ਜੇਕਰ ਅਸੀਂ ਆਪਣੀ ਬੇਸਿਕ ਨੀਡਸ ਨੂੰ ਨਹੀਂ ਪੂਰਾ ਕਰ ਸਕਦੇ ਤਾਂ ਫਿਰ ਪਹਾੜ ਤਾਂ ਭਾਰਤ ਵੀ ਸ਼ਾਇਦ ਬਹੁਤ ਵਧੀਆ ਨੇ। ਪਲੀਜ਼ ਪੂਰੀ ਸਟੱਡੀ ਕਰਕੇ ਤੁਸੀਂ ਕਿਸੇ ਨੂੰ ਭੇਜੋ ਕਿ ਕੋਈ ਵੀ ਬੱਚਾ ਇਸ ਹੱਦ ਤੱਕ ਨਾ ਆਏ ਕਿ ਉਸ ਨੂੰ ਆਪਣੀ ਜਾਨ ਲੈਣੀ ਪਏ, ਕਿਉਂਕਿ ਇਹੋ ਜਿਹੇ ਹਾਦਸੇ ਜਿਹੜੇ ਇੱਥੇ ਵੱਧ ਰਹੇ ਨੇ ਬਹੁਤ ਜ਼ਿਆਦਾ, ਜਿਹੜੇ ਕਿ ਚਿੰਤਾ ਦਾ ਵਿਸ਼ਾ ਹੈਗੇ ਨੇ। ਸੋ ਅਗੇਨ ਇਮੀਗ੍ਰੇਸ਼ਨ ਰਿਫਾਰਮਸ ਹੋਣ, ਇਮੀਗ੍ਰੇਸ਼ਨ ਵਿੱਚ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈ, ਤੁਸੀਂ ਜ਼ਿਕਰ ਕੀਤਾ ਕਿ ਆਪਣੇ ਹੀ ਲੋਕ ਜਿਹੜੀ ਰਿਵਰਸ ਡਿਸਕ੍ਰਿਮੀਨੇਸ਼ਨ ਕਰ ਰਹੇ ਨੇ, ਇਹ ਵੀ ਇੱਕ ਜਿਹੜਾ ਗੈਪ ਬਣ ਰਿਹਾ ਨੇ ਦੇ ਐਂਡ ਵੀ ਦਾ। ਅਸੀਂ ਦੇ ਕਹਿ ਰਹੇ ਹਾਂ ਉਹ ਬੱਚਿਆਂ ਨੂੰ ਜਿਹੜੇ ਉੱਥੋਂ ਆ ਰਹੇ ਨੇ, ਤੇ ਵੀ ਕਹਿ ਰਹੇ ਜਿਹੜੇ ਅਸੀਂ ਇੱਥੇ ਰਹਿ ਰਹੇ ਹਾਂ। ਹਾਂ, ਅਸੀਂ ਵੀ ਐਜ਼ ਇਮੀਗ੍ਰੈਂਟਸ ਆਏ ਹਾਂ, ਜਿੱਥੇ ਕਿਤੇ ਵੀ ਅਸੀਂ ਕੋਈ ਸਹਿਯੋਗ ਦੇ ਸਕਨੇ ਹਾਂ ਕਿਸੇ ਨੂੰ ਉਹ ਜ਼ਰੂਰ ਦਈਏ, ਪਰ ਸਰਕਾਰ ਜ਼ਰੂਰ ਚੇਂਜਸ ਲਿਆਵੇ। ਹੈਲਥ ਕੇਅਰ ਕ੍ਰਾਈਸਿਸ ਚੱਲ ਰਿਹਾ ਹੈ, ਐਮਰਜੈਂਸੀ ਰੂਮਸ ਵਿੱਚ ਤੁਹਾਨੂੰ 10-10 ਘੰਟੇ ਵੇਟ ਕਰਨਾ ਪੈ ਰਿਹਾ ਹੈ, ਇਹ ਐਕਸੈਪਟੇਬਲ ਨਹੀਂ ਹੈਗਾ। ਜੇਕਰ ਹੋਰ ਇਨਫਰਾਸਟਰਕਚਰ ਨਹੀਂ ਕ੍ਰੀਏਟ ਕਰਦੇ, ਇਹ ਸੋਲਿਊਸ਼ਨਸ ਨਹੀਂ, ਇਹ ਹੋਰ ਸਮੱਸਿਆਵਾਂ ਜਿਹੜੀਆਂ ਨੇ ਉਹ ਵਧਣਗੀਆਂ, ਜਿੱਦਾਂ ਕਿ ਆਮ ਜਨਤਾ ਨੂੰ, ਭਾਵੇਂ ਉਹ ਬਾਹਰੋਂ ਆਏ ਨੇ ਤੇ ਭਾਵੇਂ ਇੱਥੇ ਰਹਿ ਰਹੇ ਨੇ, ਉਹਨਾਂ ਨੂੰ ਇਹ ਫੇਸ ਕਰਨੀਆਂ ਪੈਣਗੀਆਂ ਜੀ। ਐਂਡ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜੀ ਆਪਣੀ ਮੈਂਟੈਲਿਟੀ ਨੂੰ ਅਸੀਂ ਚੇਂਜ ਕਰੀਏ। ਜੇਕਰ ਅਸੀਂ ਹੀ ਆਪਣਿਆਂ ਨੂੰ ਐਕਸਪਲੋਇਟ ਕਰ ਰਹੇ ਹਾਂ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਚੀਜ਼ ਇਸ ਮੁਲਕ 'ਚ ਅਸੀਂ ਆਏ, ਬਿਹਤਰ ਮੁਲਕ ਨੂੰ, ਸਾਡਾ ਵੀ ਫਰਜ਼ ਬਣਦਾ ਹੈ, ਸਾਡੀਆਂ ਕੁਝ ਡਿਊਟੀਜ਼ ਵੀ ਬਣਦੀਆਂ ਨੇ, ਸਾਡੀਆਂ ਕੁਝ ਰਿਸਪੌਂਸਿਬਿਲਿਟੀਜ਼ ਵੀ ਨੇ। ਸਿਰਫ ਅਧਿਕਾਰਾਂ ਨੂੰ ਹੀ ਨਾ ਦੇਖੀਏ। ਸਿਸਟਮ ਦੇ ਵਿੱਚ ਜਿਹੜੇ ਲੂਪ ਹੋਲਸ ਨੇ, ਸਿਸਟਮ ਇਸ ਕਰਕੇ ਬਣਿਆ ਸੀ ਵਧੀਆ ਕਿਉਂਕਿ ਇੱਥੇ ਟਰਸਟ ਹੁੰਦਾ ਸੀ। ਤੁਸੀਂ ਜੋ ਜ਼ੁਬਾਨ ਨਾਲ ਕਹਿੰਦੇ ਸੀ ਉਸ ਨੂੰ ਅਸੈਪਟ ਕੀਤਾ ਜਾਂਦਾ ਸੀ। ਪਰ ਅੱਜ ਜੇਕਰ ਅਸੀਂ ਉਹਨਾਂ ਚੀਜ਼ਾਂ ਦਾ ਦੁਰਉਪਯੋਗ ਕਰ ਰਹੇ ਹਾਂ, ਅਸੀਂ ਵੀ ਉਸਨੇ ਹੀ ਜ਼ਿੰਮੇਵਾਰ ਹਾਂ ਜਿੰਨਾ ਕਿ ਅਸੀਂ ਸਰਕਾਰਾਂ ਨੂੰ ਕੋਸਦੇ ਹੈਗੇ ਜੀ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਇਹਦੇ ਨਾਲ ਹੀ ਅਸੀਂ ਪੰਜਾਬ ਦੇ ਮੁੱਦਿਆਂ ਦੇ ਨਾਲ ਵੀ ਜੁੜੇ ਰਹਾਂਗੇ। ਜ਼ਰੂਰ ਦੇਖਦੇ ਰਹੋ ਸਾਡਾ ਟੀਵੀ ਚੈਨਲ। ਔਰ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਜੇ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦਾ ਹੈ ਤਾਂ YouTube ਔਰ Facebook ਦੇ ਉੱਤੇ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ। WhatsApp ਦੇ ਵਿੱਚ ਦੋਸਤੋ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਥੋੜੀ ਬਹੁਤ ਸੇਧ ਅਸੀਂ ਦੇ ਸਕੀਏ, ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਸਕੀਏ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ ਹਰਪ੍ਰੀਤ ਜੀ ਦੇ ਨਾਲ। ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸ਼ੁਕਰੀਆ ਰਵਿੰਦਰ ਜੀ, ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੇਸਿਕ ਇਸ਼ੂਜ਼ ਨੂੰ ਲੈ ਕੇ ਅੱਗੇ ਆ ਕੇ ਬਿਨਾਂ ਰੋਕ ਟੋਕ ਦੇ ਜੋ ਹੈ ਗੱਲਬਾਤ ਕਰਦੇ ਹੋ, ਕਿਉਂਕਿ ਲੋਕਾਂ ਦੀ ਸਮੱਸਿਆਵਾਂ ਨੂੰ ਅੱਗੇ ਲਿਆਉਣ ਦਾ ਫਰਜ਼ ਜਿਹੜਾ ਮੀਡੀਆ ਵਾਲਾ ਉਹ ਤੁਸੀਂ ਨਿਭਾ ਰਹੇ ਹੋ। ਉਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ ਫॉर योर टाइम। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।